Like the video, subscribe to the channel and press the bell icon for latest video updates. ਪਰ ਇਹ ਸਭ ਜਿਹੜਾ ਮੌਜੂਦਾ ਅਕਾਲੀ ਦਲ ਬਣ ਗਿਆ ਨਾ, ਜਿਹਦੇ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਦਰਅਸਲ ਉਹਨੇ ਸਿਰਫ ਆਪਣੀਆਂ ਕੁਰਸੀਆਂ ਦੀ ਖਾਤਰ ਸਿੱਖ ਹਿੱਤਾਂ ਦਾ ਸੌਦਾ ਕਰਨਾ ਸ਼ੁਰੂ ਕੀਤਾ ਹੋਇਆ। ਉਹਨੂੰ ਸਿੱਖ ਕੋਈ ਪਰਵਾਹ ਨਹੀਂ, ਚਾਹੇ ਸਿੱਖਾਂ ਦੀਆਂ ਕੋਈ ਪੱਗਾਂ ਲਾਈ ਜਾਵੇ, ਚਾਹੇ ਸਿੱਖਾਂ ਦੇ ਬੱਚਿਆਂ ਦੇ ਕਕਾਰ ਲਾਈ ਜਾਵੇ, ਕੋਈ ਚਾਹੇ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਸੜਕਾਂ 'ਚ ਘੜੀਸੀ ਜਾਵੇ, ਉਹਨਾਂ ਦਾ ਕਦੀ ਕੋਈ ਬਿਆਨ ਨਹੀਂ ਆਉਂਦਾ। ਹਾਂਜੀ, ਇਹੀ ਕਾਰਨ ਹੈ ਕਿ ਜਿਹੜੀ ਸਿੱਖਾਂ ਦੀ ਰਾਜਨੀਤਿਕ ਧਿਰ ਦਾ ਕਮਜ਼ੋਰ ਹੋ ਜਾਣਾ ਔਰ ਇੱਕ ਪਰਿਵਾਰ ਦੇ ਕੰਟਰੋਲ ਵਿੱਚ ਚਲੇ ਜਾਣਾ, ਉਹ ਸਿੱਖਾਂ ਦੇ ਲਈ ਐਸੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ। ਦੂਜੀਆਂ ਘੱਟ ਗਿਣਤੀਆਂ ਲਈ ਵੀ ਹੈ, ਪਰ ਉਹਨਾਂ ਦੇ ਪਿੱਛੇ ਉਹਨਾਂ ਦੀਆਂ ਸੰਸਥਾਵਾਂ ਨੇ। ਇਸ ਵੇਲੇ ਸਿੱਖਾਂ ਦੇ ਕੋਲ ਕੋਈ ਉਹਨਾਂ ਦੀ ਪੋਲੀਟੀਕਲ ਧਿਰ ਨਹੀਂ। ਜਿਹੜੀ ਧਿਰ ਆਪਣੇ ਆਪ ਨੂੰ ਕਲੇਮ ਕਰਦੀ ਹੈ, ਉਹ ਧਿਰ ਜਿਹੜੀ ਆ ਉਹ ਕੇਵਲ ਅੱਧੀ ਕੁ ਵਜ਼ੀਰੀ ਦੀ ਖਾਤਰ ਸਮਝੌਤੇ ਕਰ ਰਹੀ। ਦਰਸ਼ਕੋ, ਇਹ ਸਨ ਸੁਖਦੇਵ ਸਿੰਘ ਭੌਰ ਜੀ। ਇਹ ਖਬਰ ਹੈਗੀ ਫਿਰਕੂ ਕਾਰਨਾਂ ਕਰਕੇ ਦੇਸ਼ ਭਰ ਵਿੱਚ ਸਿੱਖ ਭਾਈਚਾਰੇ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਹੁਣ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੱਲੋਂ 3 ਪੀੜ੍ਹੀਆਂ ਤੋਂ ਬਾਅਦ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈਗਾ। ਸਿੱਖ ਵਸੋਂ ਵਾਲੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਤਰਾਈ ਖੇਤਰ ਦੇ 15 ਪਿੰਡਾਂ, ਜ਼ਿਲ੍ਹਾ ਬਜਨੌਰ ਦੀ ਨਗੀਨਾ ਤਹਿਸੀਲ ਦੇ ਪੈਂਦੇ ਪਿੰਡ ਚੈਪਤਪੁਰ ਅਤੇ ਜ਼ਿਲ੍ਹਾ ਲਖੀਮਪੁਰ ਖੀਰੀ ਦੀ ਤਹਿਸੀਲ ਨਿਗਾਸਨ ਦੇ ਪਿੰਡ ਰਣਨਗਰ ਵਿਚਲੇ ਕਿਸਾਨਾਂ ਨੂੰ ਪੁਲਿਸ ਦੇ ਜ਼ੋਰ ਪ੍ਰਸ਼ਾਸਨ ਵੱਲੋਂ ਉਜਾੜਨ ਦੇ ਯਤਨ ਹੋ ਰਹੇ ਹੈਗੇ ਆ। ਸਿੱਖ ਕਿਸਾਨ 1947 ਦੀ ਵੰਡ ਸਮੇਂ ਪਾਕਿਸਤਾਨ ਤੋਂ ਉੱਜੜ ਕੇ ਇੱਥੇ ਆਏ ਸਨ। ਸਿੱਖ ਕਿਸਾਨਾਂ ਵੱਲੋਂ ਕਈ ਦਹਾਕਿਆਂ ਦੀ ਮਿਹਨਤ ਨਾਲ ਇਸ ਇਲਾਕੇ ਨੂੰ ਆਬਾਦ ਕੀਤਾ ਗਿਆ ਸੀ। 1980 ਦੀ ਚੱਕਬੰਦੀ ਸਮੇਂ 20 ਸਾਲਾਂ ਦੇ ਕਬਜ਼ੇ ਨੂੰ ਆਧਾਰ ਮੰਨ ਕੇ ਸਿੱਖ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿੱਤੇ ਗਏ ਸਨ। ਸੋ ਇਹ ਹੁਣ ਸਾਰਾ ਤਹਿਸ ਨਹਿਸ ਕਰਨੇ ਦੀ ਕੋਸ਼ਿਸ਼ ਹੋ ਰਹੀ ਹੈਗੀ ਆ। ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੀ ਇੱਕ ਆਪਣਾ ਡੈਲੀਗੇਸ਼ਨ ਭੇਜਿਆ ਗਿਆ ਹੈਗਾ ਅੱਜ, ਪਰ ਇਹ ਕਿੰਨਾ ਕੁ ਸਾਰਥਕ ਹੁੰਦਾ ਹੈਗਾ, ਕਿੰਨਾ ਨਹੀਂ ਹੁੰਦਾ ਹੈਗਾ, ਇਹ ਤਾਂ ਸਮਾਂ ਹੀ ਦੱਸੇਗਾ। ਇਸ ਖੇਤਰ ਵਿੱਚ ਸਥਾਨਕ ਲੋਕਾਂ ਵੱਲੋਂ ਪੰਚਾਇਤੀ ਜ਼ਮੀਨਾਂ ਉੱਪਰ ਵੀ ਕਬਜ਼ੇ ਕੀਤੇ ਹੋਏ ਹਨ, ਪਰ ਪ੍ਰਸ਼ਾਸਨ ਵੱਲੋਂ ਸਿਰਫ ਸਿੱਖ ਵਸੋਂ ਵਾਲੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈਗਾ। ਸੋ ਇਹ ਇੱਕ ਬੜਾ ਸੀਰੀਅਸ ਮੁੱਦਾ ਹੈਗਾ। ਹੁਣ ਤੱਕ ਪੁਲਿਸ ਨੇ ਪਿੰਡ ਦੇ 35 ਵਾਸੀਆਂ ਅਤੇ 250 ਅਣਪਛਾਤਿਆਂ ਉੱਪਰ ਕੇਸ ਦਰਜ ਕੀਤਾ ਹੈਗਾ। ਇਸ ਖੇਤਰ ਵਿੱਚ ਪੈਂਦੇ ਗੁਰੂ ਨਾਨਕ ਸਾਗਰ ਡੈਮ ਲਈ ਪਹਿਲਾਂ ਸਿੱਖ ਕਿਸਾਨਾਂ ਦੀ 3000 ਏਕੜ ਜ਼ਮੀਨ ਸਰਕਾਰ ਵੱਲੋਂ ਅਕਵਾਇਰ ਕੀਤੀ ਗਈ ਸੀ। ਉਸ ਜ਼ਮੀਨ ਦਾ ਕਿਸਾਨਾਂ ਨੂੰ ਅੱਜ ਤੱਕ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ। ਇਸੇ ਸੰਬੰਧ ਵਿੱਚ ਅਸੀਂ ਸੁਖਦੇਵ ਸਿੰਘ ਭੌਰ ਜੀ ਨਾਲ ਡਿਟੇਲ ਵਿੱਚ ਗੱਲਬਾਤ ਕੀਤੀ ਹੈਗੀ। ਇਹ ਸਾਰਾ ਮਸਲਾ ਕੀ ਹੈਗਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸ਼੍ਰੀ ਸੁਖਦੇਵ ਸਿੰਘ ਭੌਰ ਜੀ, ਜੋ ਕਿ ਬੇਸਿਕਲੀ ਐਡਵੋਕੇਟ ਹੈਗੇ, SGPC ਦੇ ਸਾਬਕਾ ਜਨਰਲ ਸਕੱਤਰ ਰਹਿ ਚੁੱਕੇ ਆ। ਬਹੁਤ ਅੱਛੇ ਰਹਿ ਗਏ। ਇਹਨਾਂ ਦਾ ਵੱਖ-ਵੱਖ ਜਿਹੜੇ ਸਮਾਜਿਕ ਗਤੀਵਿਧੀਆਂ ਬਾਰੇ ਬਹੁਤ ਰੈਸ਼ਨਲ ਨਜ਼ਰੀਆ ਹੈਗਾ। ਭੌਰ ਸਾਹਿਬ, ਸਾਡੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਬਹੁਤ ਮਿਹਰਬਾਨੀ ਜੀ, ਧੰਨਵਾਦ। ਸਭ ਤੋਂ ਪਹਿਲਾਂ ਭੌਰ ਸਾਹਿਬ, ਇਹ ਜਿਹੜਾ ਯੂਪੀ ਵਿੱਚ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ BJP ਦੀ ਭਾਈਵਾਲ ਹੈਗੀ ਆ ਪਾਰਟੀ, ਤੇ ਉੱਥੇ BJP ਦੀ ਸਰਕਾਰ ਹੈਗੀ। BJP ਦੇ ਸਰਕਾਰ ਦੇ ਹੁੰਦਿਆਂ ਜਿਹੜੇ ਸਿੱਖਾਂ ਦੇ ਇਸ ਤਰ੍ਹਾਂ ਦੀਆਂ ਜ਼ੁਲਮ ਤੇ ਅਤਿਆਚਾਰ ਹੋ ਰਹੇ, ਉਹਨਾਂ ਨੂੰ ਮਤਲਬ ਚਾਹੇ ਲੀਗਲੀ ਉਹ ਸੈਟਲਡ ਹੈਗੇ, ਫਿਰ ਵੀ ਉਹਨਾਂ ਨੂੰ ਅਨਸੈਟਲਡ ਕਰਨੇ ਦੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਪਰ ਇਹ ਸਭ ਜਿਹੜਾ ਮੌਜੂਦਾ ਅਕਾਲੀ ਦਲ ਬਣ ਗਿਆ ਨਾ, ਜਿਹਦੇ ਤੇ ਬਾਦਲ ਪਰਿਵਾਰ ਦਾ ਕਬਜ਼ਾ ਹੈ, ਦਰਅਸਲ ਉਹਨੇ ਸਿਰਫ ਆਪਣੀਆਂ ਕੁਰਸੀਆਂ ਦੀ ਖਾਤਰ ਸਿੱਖ ਹਿੱਤਾਂ ਦਾ ਸੌਦਾ ਕਰਨਾ ਸ਼ੁਰੂ ਕੀਤਾ ਹੋਇਆ। ਉਹਨੂੰ ਸਿੱਖ ਕੋਈ ਪਰਵਾਹ ਨਹੀਂ, ਚਾਹੇ ਸਿੱਖਾਂ ਦੀਆਂ ਕੋਈ ਪੱਗਾਂ ਲਾਈ ਜਾਵੇ, ਚਾਹੇ ਸਿੱਖਾਂ ਦੇ ਬੱਚਿਆਂ ਦੇ ਕਕਾਰ ਲਾਈ ਜਾਵੇ, ਕੋਈ ਚਾਹੇ ਉਹਨਾਂ ਨੂੰ ਕੇਸਾਂ ਤੋਂ ਫੜ ਕੇ ਸੜਕਾਂ 'ਚ ਘੜੀਸੀ ਜਾਵੇ, ਉਹਨਾਂ ਦਾ ਕਦੀ ਕੋਈ ਬਿਆਨ ਨਹੀਂ ਆਉਂਦਾ। ਹਾਂਜੀ, ਇਹੀ ਕਾਰਨ ਹੈ ਕਿ ਜਿਹੜੀ ਸਿੱਖਾਂ ਦੀ ਰਾਜਨੀਤਿਕ ਧਿਰ ਦਾ ਕਮਜ਼ੋਰ ਹੋ ਜਾਣਾ ਔਰ ਇੱਕ ਪਰਿਵਾਰ ਦੇ ਕੰਟਰੋਲ ਵਿੱਚ ਚਲੇ ਜਾਣਾ, ਉਹ ਸਿੱਖਾਂ ਦੇ ਲਈ ਐਸੀਆਂ ਸਮੱਸਿਆਵਾਂ ਖੜੀਆਂ ਕਰ ਰਿਹਾ। ਦੂਜੀਆਂ ਘੱਟ ਗਿਣਤੀਆਂ ਲਈ ਵੀ ਹੈ, ਪਰ ਉਹਨਾਂ ਦੇ ਪਿੱਛੇ ਉਹਨਾਂ ਦੀਆਂ ਸੰਸਥਾਵਾਂ ਨੇ।
ਇਸ ਵੇਲੇ ਸਿੱਖਾਂ ਦੇ ਕੋਲ ਕੋਈ ਉਹਨਾਂ ਦੀ ਪੋਲੀਟੀਕਲ ਧਿਰ ਨਹੀਂ, ਜਿਹੜੀ ਧਿਰ ਆਪਣੇ ਆਪ ਨੂੰ ਕਲੇਮ ਕਰਦੀ ਹੈ। ਉਹ ਧਿਰ ਜਿਹੜੀ ਆ ਉਹ ਕੇਵਲ ਅੱਧੀ ਕੁ ਵਜ਼ੀਰੀ ਦੀ ਖਾਤਰ ਸਮਝੌਤੇ ਕਰ ਰਹੀ। ਹੁਣ ਤੁਸੀਂ ਪਿਛਲੇ ਸਮੇਂ ਦੇਖਿਆ, ਬੇਸ਼ੱਕ ਇਹ ਕਾਨੂੰਨ ਆਇਆ, ਬੇਸ਼ੱਕ ਹੁਣ MSP ਨੂੰ ਖਤਮ ਕਰਨ ਦੀ ਗੱਲ ਚੱਲ ਰਹੀ ਹੈ, ਬਿਜਲੀ ਸੁਧਾਰਾਂ ਦੀ ਗੱਲ ਹੋ ਰਹੀ ਹੈ, ਸਬਸਿਡੀਆਂ ਖਤਮ ਕਰਾਉਣ ਦੀ ਗੱਲ ਹੋ ਰਹੀ ਹੈ। ਅਕਾਲੀ ਦਲ ਜਿਹੜਾ ਪੰਜਾਬ ਦਾ ਮਦਈ ਹੋ ਕੇ ਵਿਚਰਦਾ ਸੀ, ਅੱਜ ਉਹ ਕੇਂਦਰ ਦਾ ਵਕੀਲ ਬਣ ਕੇ ਵਿਚਰ ਰਿਹਾ। ਜੋ ਕੇਂਦਰ ਕਹਿ ਰਿਹਾ ਉਹ ਉਹਦੀ ਵਕਾਲਤ ਕਰ ਰਿਹਾ, ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕਰ ਰਿਹਾ। ਇਹੀ ਕਾਰਨ ਹੈ ਕਿ ਜਿਹੜੇ ਉੱਥੇ ਸਾਡੇ ਵੀਰ ਬੈਠੇ ਆ, ਜਿਹੜੇ 47 ਤੋਂ ਆਫਟਰ ਪਾਰਟੀਸ਼ਨ ਇਮੀਡੀਏਟ ਬਾਅਦ ਉੱਥੇ ਚਲੇ ਗਏ, ਜੰਗਲ ਬੀਆਬਾਨ ਉਹਨਾਂ ਨੇ ਆਬਾਦ ਕੀਤੇ, ਤੇ ਉਹਨਾਂ ਇਸ ਡੈਲੀਗੇਸ਼ਨ ਬਣਾਉਣ ਨਾਲ ਨਹੀਂ ਬਾਂਹ ਫੜੀ ਜਾਣੀ। ਅਸੀਂ ਡੈਲੀਗੇਸ਼ਨ ਭੇਜ ਦਿੱਤਾ ਜੀ, ਅਸੀਂ ਆਹ ਕਰ ਦਿੱਤਾ ਜੀ। ਤੁਸੀਂ ਉਹਨਾਂ ਨੂੰ ਕੀ ਕਰਨਾ, ਡੈਲੀਗੇਸ਼ਨ ਨੂੰ ਚਿੱਠੀਆਂ ਲਿਖਣ ਨਾਲ ਗੱਲ ਨਹੀਂ ਬਣਨੀ। ਤੁਸੀਂ ਕੇਂਦਰ 'ਚ ਵਜ਼ੀਰ ਬੈਠੇ ਹੋ, ਤੁਹਾਡਾ ਵਜ਼ੀਰ ਹੈ, ਤੁਸੀਂ ਉੱਥੇ ਕੋਈ ਜਿਹੜੇ ਸਿੱਖ ਪਾਰਲੀਮੈਂਟੇਰੀਅਨਸ ਹੈਗੇ ਆ ਉਹਨਾਂ ਦਾ ਕੋਈ ਗਰੁੱਪ ਬਣਾਓ, ਉਹਨਾਂ ਨੂੰ ਨਾਲ ਲਓ, ਜਿਹੜੇ ਲਾਈਕ ਮਾਈਂਡਡ ਲੋਕ ਹੈ, ਜਿਹੜੇ ਉਹਨਾਂ ਨੂੰ ਨਾਲ ਲੈ ਕੇ ਇਹ ਹਿੱਤਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਪਰੰਤੂ ਇਹੀ ਡਰਾਮਾ ਹੋ ਰਿਹਾ, ਅਸੀਂ ਅੱਜ 3 ਮੈਂਬਰੀ ਕਮੇਟੀ ਭੇਜਤੀ, ਕੱਲ ਨੂੰ 2 ਮੈਂਬਰੀ ਭੇਜ ਦਿਆਂਗੇ ਜੀ, ਉਹਦਾ ਕੋਈ ਨਤੀਜਾ ਕਦੇ ਅੱਜ ਤੱਕ ਤਾਂ ਨਿਕਲਿਆ ਹੀ। ਚਲੋ ਇਹ ਪੋਲੀਟੀਕਲ ਐਂਗਲ ਤੋਂ ਥੋੜੀ ਜਿਹੀ ਬਾਅਦ 'ਚ ਕਰਦੇ ਹੈਗੇ, ਪਰ ਬੇਸਿਕ ਜਿਵੇਂ ਮੈਂ ਥੋੜੀ ਜਿਹੀ ਰਿਪੋਰਟ ਪੜ੍ਹੀ ਸੀ, ਉਹ 1947 ਤੋਂ ਉੱਥੇ ਉਹ ਸੈਟਲਡ ਹੈਗੇ, 20 ਸਾਲ ਉਹਨਾਂ ਨੇ ਆਪਣੀ ਆਬਾਦ ਕੀਤੀ, ਫਿਰ ਲੀਗਲੀ ਉਹਨਾਂ ਦੇ ਨਾਂ ਤੇ ਜ਼ਮੀਨ ਵੀ ਟਰਾਂਸਫਰ ਹੋ ਗਈ ਹੈਗੀ। ਉਹ ਤੋਂ ਬਾਅਦ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਅਪਰੂਵ ਕਰਨਾ, ਇਹ ਕੀ ਸਾਜ਼ਿਸ਼ ਹੈਗੀ, ਮਤਲਬ ਲੋਕਾਂ ਦਾ ਹਿੱਸਾ ਕਿ ਜਾਂ ਗਵਰਨਮੈਂਟ ਦਾ ਇਹ ਜਾਣਬੁੱਝ ਕੇ ਸਾਜ਼ਿਸ਼ ਹੈ? ਤੁਹਾਨੂੰ ਕੀ ਲੱਗਦਾ ਹੈ? ਦੇਖੋ, ਲਾਅ ਦੇ ਵਿੱਚ ਨਾ ਇੱਕ ਬੇਸਿਕ ਕਨਸੈਪਟ ਹੈ ਜਿਹਨੂੰ ਆਪਾਂ ਐਡਵਰਸ ਪੋਜੈਸ਼ਨ ਕਹਿ ਦਿੰਦੇ ਹਾਂ। ਹਾਂਜੀ। ਜਿੱਥੇ ਹੁਣ 4-4 ਪੁਸ਼ਤਾਂ ਤੋਂ ਲੋਕ ਬੈਠੇ ਆ, ਉਹ ਲੋਕਾਂ ਨੇ ਸਾਰਾ ਕੁਝ ਆਬਾਦ ਕਰ ਲਿਆ, ਸਭ ਕੁਝ ਕਰ ਲਿਆ। ਉਹ ਜੇ ਉਹਨਾਂ ਕੋਲ ਕੋਈ ਅਧਿਕਾਰ ਸੀ ਤਾਂ 4 ਪੁਸ਼ਤਾਂ ਤੋਂ ਬੈਠੇ ਹਨ। ਬਿਲਕੁਲ ਬਿਲਕੁਲ। ਜੇ ਉਹਨਾਂ ਨੂੰ ਅੱਜ ਉਜਾੜਿਆ ਜਾ ਰਿਹਾ ਤੇ ਇਸ ਕਰਕੇ ਉਜਾੜਿਆ ਜਾ ਰਿਹਾ ਵੀ ਉਹਨਾਂ ਦਾ ਕੋਈ ਖਸਮ ਖੁਸਾਈ ਨਹੀਂ। ਹਾਂਜੀ ਹਾਂਜੀ। ਜਥੇਦਾਰ ਸਾਹਿਬ ਦਾ ਪਿਛਲੇ ਦਿਨੀ ਬਿਆਨ ਆਇਆ, 6 ਜੂਨ ਘੱਲੂਘਾਰਾ ਦਿਵਸ ਵਾਲੇ, ਉਹਨਾਂ ਨੇ ਕਿਤੇ ਕਹਿ ਦਿੱਤਾ ਜੀ ਵੀ ਖਾਲਿਸਤਾਨ ਸਾਨੂੰ ਦੇਣਗੇ ਤਾਂ ਲੈ ਲਵਾਂਗੇ। ਹਾਂਜੀ। ਇਹਨਾਂ ਲੋਕਾਂ ਕੋਲੋਂ ਖਾਲਿਸਤਾਨ ਦੀ ਆਸ ਰੱਖਦੇ ਆ ਜਿਹੜੇ ਬਸਿਆਂ ਨੂੰ ਵੀ ਉਜਾੜ ਰਹੇ। ਤੇ ਇਹ ਜਥੇਦਾਰ ਸਾਹਿਬ ਨੂੰ ਅਗਵਾਈ ਕਰ ਲੈਣੀ ਚਾਹੀਦੀ ਹੈ ਵੀ ਜੇ ਅਕਾਲੀ ਆਪਣੇ ਪਰਿਵਾਰਾਂ ਤੱਕ ਸੀਮਤ ਰਹਿ ਗਏ ਤੇ ਜਥੇਦਾਰ ਸਾਹਿਬ ਕਮਰ ਕੱਸਾ ਕਰਕੇ ਕਹਿਣਾ, ਆਓ ਭਾਈ ਗੁਰੂ ਕੇ ਸਿੱਖੋ ਮੇਰੇ ਨਾਲ ਚਲੋ, ਆਪਾਂ ਉਹਨਾਂ ਨੂੰ ਉਜੜ ਨਹੀਂ ਦੇਣਾ, ਬਚਾਈਏ ਉਹਨਾਂ ਨੂੰ, ਮੋਰਚਾ ਲਾਈਏ। ਹਾਂਜੀ 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 ਹਾਂਜੀ। ਉਸ ਪਾਸੇ ਨੂੰ ਹੁਣ ਪਹਿਲਾਂ ਜਿਹੜੀ ਸਾਡੀ ਸੁਪਰੀਮ ਸੰਸਥਾ ਅਕਾਲ ਤਖਤ ਹੈਗੀ ਆ, ਇਹਨਾਂ ਦੀ ਜਿੰਨੇ ਵੀ ਸਿੱਖ ਕਮਿਊਨਿਟੀ ਜਾਂ ਚਲੋ ਬੀਇੰਗ ਅਕਾਲ ਤਖਤ ਦੇ ਜਥੇਦਾਰ, ਇਹਨਾਂ ਦੀ ਬੜੀ ਵੱਡੀ ਇੱਕ ਅਥਾਰਟੀ ਆ ਸਿੱਖਾਂ ਵਿੱਚ ਵੀ, ਜਾਂ ਇਵਨ ਨੌਨ ਸਿੱਖਾਂ ਵਿੱਚ ਵੀ ਉਹਨਾਂ ਨੂੰ ਰਿਸਪੈਕਟ ਦੀ ਨਿਗਾਹ ਨਾਲ ਦੇਖਦੇ ਹੈਗੇ ਆ। ਅਕਾਲ ਤਖਤ ਦਾ ਬੜਾ ਚਲੋ ਲੰਬਾ ਚੌੜਾ ਵਿੱਚ ਕੰਟਰੋਵਰਸ਼ੀਅਲ ਵੀ ਇੱਦਾਂ ਦੇ ਜਥੇਦਾਰਾਂ ਦੀ ਭੂਮਿਕਾ ਰਹੀ, ਉਹਨਾਂ ਦੀ ਆਪਣੀ ਮਜਬੂਰੀ ਹੋ ਸਕਦੀ। ਇਸ ਮੌਜੂਦਾ ਸਿਸਟਮ ਵਿੱਚ ਜਿਹੜਾ 1-2 ਸਾਲ ਦੀ ਜਿਹੜੀ ਕਾਰਗੁਜ਼ਾਰੀ ਆ, ਇਹ ਜਿਹੜੇ ਪ੍ਰੈਜ਼ੈਂਟ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਜੇ ਇੱਦਾਂ ਦੇ ਪਿੱਛੇ ਜਿਹੜਾ ਅਫਗਾਨਿਸਤਾਨ 'ਚ ਮਸਲਾ ਹੋਇਆ ਜਾਂ ਹੋਰ ਜਗ੍ਹਾ ਮਸਲੇ ਹੋਏ, ਜਿਵੇਂ ਇੱਧਰ ਪਾਕਿਸਤਾਨ ਵਿੱਚ ਵੀ ਉਹ ਜਿਹੜਾ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਸਾਹਿਬ ਦੀ ਬੇਟੀ ਉਹ ਜਿਹੜੀ ਕਿਡਨੈਪ ਹੋਈ ਹੈਗੀ ਆ, ਉੱਥੇ ਇਫੈਕਟਿਵ ਤੁਹਾਡੇ ਹਿਸਾਬ ਨਾਲ ਇਹ ਅਗਵਾਈ ਦੇਣ ਲਈ ਕਾਮਯਾਬ ਰਹੇ ਕਿ ਨਹੀਂ ਰਹੇ ਹੈਗੇ? ਦੇਖੋ, 2 ਗੱਲਾਂ ਹੁੰਦੀਆਂ ਨੇ ਭਾਰਤ ਸਾਹਿਬ। ਇੱਕ ਤੇ ਇਹ ਹੁੰਦਾ ਵੀ ਦਰਅਸਲ ਇੱਕ ਗੱਲ ਨੂੰ ਸਮਝ ਲੈਣਾ ਚਾਹੀਦਾ ਵੀ ਜਥੇਦਾਰ ਕੌਮ ਦਾ ਜਥੇਦਾਰ ਹੁੰਦਾ। ਹਾਂਜੀ। ਉਹ ਕਿਸੇ ਪਰਿਵਾਰ ਦਾ ਨਹੀਂ ਹੁੰਦਾ, ਕਿਸੇ ਧਿਰ ਦਾ ਨਹੀਂ ਹੁੰਦਾ। ਬਿਲਕੁਲ। ਜੇ ਉਹ ਕਿਸੇ ਜਿਹੜੀ ਹਕੂਮਤ ਕਰ ਰਹੀ ਧਿਰ ਦੇ ਮੂੰਹ ਦੇਖ ਕੇ ਫੈਸਲੇ ਲਵੇਗਾ ਤਾਂ ਕਦੀ ਕੌਮੀ ਮਾਨ ਸਨਮਾਨ ਪ੍ਰਾਪਤ ਨਹੀਂ ਕਰ ਸਕਦਾ। ਇਹੀ ਕਾਰਨ ਹੈ ਪਿਛਲੇ ਦਿਨ ਜਦੋਂ ਪਰਮਰਾਜ ਉਮਰਾ ਨੰਗਲ ਨੂੰ ਸਰੋਪਾ ਦਿੱਤਾ, ਉਹ 10 ਬੋਰੀਆਂ ਕਣਕ ਦੀਆਂ ਲੈ ਗਿਆ, ਉੱਥੇ ਲੰਗਰ ਚ ਦੇ ਦਿੱਤੀਆਂ, ਉਹਨੂੰ ਸਰੋਪਾ ਦੇ ਦਿੱਤਾ। ਅੱਛਾ, ਕਿਸੇ ਨੇ ਨਹੀਂ ਦੇਖਿਆ ਵੀ ਇਹ ਉਹ ਪਰਮਰਾਜ ਹੈ ਜਿਹਨੇ ਲੋਕਾਂ ਦੇ ਨਜਾਇਜ਼ ਪੁੱਤ ਚੁੱਕ ਚੁੱਕ ਕੇ ਝੂਠੇ ਮੁਕਾਬਲਿਆਂ ਚ ਮਾਰੇ, ਔਰ ਉਹਦੇ ਤੇ ਚਾਰਜਸ਼ੀਟ ਹੋ ਚੁੱਕੀ ਹੈ, ਜਿਹੜਾ ਬਰਗਾੜੀ ਕਾਂਡ ਦਾ ਇਸ਼ੂ ਹੈ। ਤੇ ਕੱਲ ਨੂੰ 10 ਬੋਰੀਆਂ ਸਿਰਸੇ ਵਾਲਾ ਲੈ ਕੇ ਅੱਜ ਉਹਨੂੰ ਸਨਮਾਨ ਦੇ ਦੇਣਗੇ। ਉੱਥੇ ਬੋਲਣਾ ਚਾਹੀਦਾ ਸੀ ਜਥੇਦਾਰ ਸਾਹਿਬ ਨੂੰ। ਤੇ ਜਦੋਂ ਸੁਮੇਧ ਸੈਣੀ ਦਾ ਕੇਸ ਸਾਹਮਣੇ ਆ ਗਿਆ ਤੇ ਉਹਦੇ ਵਕੀਲ ਦਾ ਪਤਾ ਲੱਗ ਗਿਆ ਵੀ ਵਕੀਲ ਕੌਣ ਹੈ, ਉਸ ਵੇਲੇ ਵੀ ਜਥੇਦਾਰ ਖਾਮੋਸ਼ ਰਿਹਾ। ਤੇ ਜਦੋਂ ਤੱਕ ਇਸ ਗਲਮੇ ਚ ਬਾਹਰ ਨਹੀਂ ਨਿਕਲਿਆ ਜਾਂਦਾ ਨਾ, ਜਦੋਂ ਸਿੱਖਾਂ ਦੀ ਅਗਵਾਈ ਕਰਨ, ਕਿਸੇ ਪਰਿਵਾਰ ਦੀ ਮੁਤਾਜਗੀ ਨਾ ਕਰਨ, ਫਿਰ ਇਹ ਸਤਿਕਾਰ ਮਿਲ ਸਕਦਾ, ਅਦਰਵਾਈਜ਼ ਨਹੀਂ।
ਉਹ ਜਥੇਦਾਰ ਸਾਹਿਬ ਪੌਰ ਸਾਹਿਬ ਕੀ ਕਰਨ ਵਿਚਾਰੇ? ਇੱਕ ਪਾਸੇ ਜਿਵੇਂ ਉਹਨਾਂ ਦੀ ਆਪਣੀ ਉਹ, ਹੁਣ ਮੈਂ ਕੀ ਕਹਾਂ, ਇੱਕ ਪਾਸੇ ਉਹਨਾਂ ਦੀ ਜਥੇਦਾਰੀ ਹੈ, ਇੱਕ ਪਾਸੇ ਡਾਇਰੈਕਸ਼ਨ ਹੈਗੀ ਆ, ਫਿਰ ਕਿਹੜੀ ਚੀਜ਼ ਪ੍ਰੈਫਰ ਕਰਨ? ਨਹੀਂ, ਇਹ ਤਾਂ ਦੇਖੋ ਇਸ ਤਰ੍ਹਾਂ ਹੈ, ਅਕਾਲੀ ਦਲ ਦੀ ਵੀ ਜਿਹੜੀ ਬੇਸਿਕ ਸ਼ਕਤੀ ਰਹੀ ਹੈ ਨਾ, ਉਹ ਸਿੱਖ ਕੌਮ ਹੀ ਰਹੀ ਹੈ। ਹਾਂਜੀ ਹਾਂਜੀ ਤੇ ਹਾਂਜੀ ਅਕਾਲੀ ਦਲ ਜਦੋਂ ਸਿੱਖ ਹਿੱਤਾਂ ਦੀ ਪਹਿਰੇਦਾਰੀ ਛੱਡ ਦਊਗਾ, ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਛੱਡ ਦਊਗਾ, ਤੇ ਫਿਰ ਅਕਾਲੀ ਦਲ ਨੇ ਆਪਣਾ ਵਕਾਰ ਗਵਾ ਲਿਆ। ਇਸੇ ਗੱਲ 'ਚ ਹੀ ਹੋਇਆ। ਤੇ ਜੇ ਜਥੇਦਾਰ ਲਈ ਤਾਂ ਸਾਰੇ ਹੀ ਇੱਕੋ ਹੀ ਹੈ, ਚਾਹੇ ਉਹ ਕਾਂਗਰਸੀ ਹੋਵੇ ਚਾਹੇ ਕੋਈ ਅਕਾਲੀ ਹੋਵੇ। ਜਿਹਦਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੇ, ਜਿਹੜਾ ਰਹਿਤ ਮਰਜ਼ਾਦਾ ਨੂੰ ਮੰਨਦਾ ਹੈ, ਉਹ ਗੁਰੂ ਦਾ ਸਿੱਖ, ਜਥੇਦਾਰ ਤਾਂ ਉਹਦਾ ਵੀ ਸਿੱਖ ਹੈ। ਤੇ ਜੇ ਜਥੇਦਾਰ ਇਦਾਂ ਦੇ ਫੈਸਲੇ ਲਵੇ ਜਿਹਦੇ ਨਾਲ ਸਮੁੱਚੀ ਕੌਮ ਇਕੱਠੀ ਹੋ ਸਕੇ, ਸਮੁੱਚੀ ਕੌਮ ਨੂੰ ਇਕੱਠਾ ਕਰਨ ਦੇ ਲਈ ਕੋਈ ਯਤਨ ਨਹੀਂ ਹੋ ਰਿਹਾ। ਤੇ ਜੇ ਉੱਥੇ ਕੋਈ ਮੀਟਿੰਗ ਹੁੰਦੀ ਆ ਤੇ ਉਹ ਵੀ ਉਹ 5-4 ਜਿਹੜੇ ਆਪਣੇ ਵਿਚਾਰਾਂ ਵਾਲੇ, ਆਪਣੇ ਵਿਚਾਰਾਂ ਦੀ ਸਾਂਝ ਵਾਲੇ ਬੁਲਾ ਲਏ ਜਾਂਦੇ, ਵਿਰੋਧੀ ਸੁਰ ਵਾਲਾ ਕਿਸੇ ਨੂੰ ਸੱਦਿਆ ਨਹੀਂ ਜਾਂਦਾ। ਇਦਾਂ ਕੰਸੈਂਸਸ, ਜਦੋਂ ਤਾਈਂ ਕੰਸੈਂਸਸ ਨਹੀਂ, ਕੌਮਾਂ ਤਰੱਕੀ ਨਹੀਂ ਕਰ ਸਕਦੀ। ਚਲੋ, ਇਹ ਤੁਸੀਂ ਬਹੁਤ ਇੰਪੋਰਟੈਂਟ ਗੱਲ ਕਹੀ। ਦੇਖੋ, ਜੇ ਸ਼੍ਰੋਮਣੀ ਅਕਾਲੀ ਦਲ ਇਹਨਾਂ ਵਿੱਚ ਜ਼ਰੂਰਤ ਤੋਂ ਜ਼ਿਆਦਾ ਇੰਟਰਫੀਰੈਂਸ ਕਰੇਗਾ ਤੇ ਜਿਹੜਾ ਸਿੱਖ ਕੌਮ ਦਾ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਉਹ ਸਟੇਟਸ ਆ, ਉਹ ਸ਼ਾਇਦ ਘਟਿਆ ਵੀ ਇਸੇ ਕਰਕੇ ਹੈਗਾ, ਕਿਉਂਕਿ ਉਹ ਉਹਨਾਂ ਜਿਹੜੀ ਫ੍ਰੀਕੁਐਂਸ ਨਾਲ ਲੋਕੀ ਜਾਂ ਜਿਸ ਮਾਣ ਮਰਿਆਦਾ ਨਾਲ ਨਹੀਂ ਦੇਖਦੇ। ਅੱਛਾ, ਚਲੋ, ਇੱਕ ਜਥੇਦਾਰ ਸਾਹਿਬ ਦੇ, ਫਿਰ ਮੈਂ ਉਹਦੇ ਸਿੱਖਾਂ ਦੇ ਸਵਾਲ ਫਿਰ ਮੁੜ ਕੇ ਆਉਣਾ। ਇੱਕ ਢੱਡਰੀਆਂ ਵਾਲਾ ਦਾ ਵਿਵਾਦ ਸੀ, ਤੇ ਉਹ ਢੱਡਰੀਆਂ ਵਾਲਾ ਨੇ ਬਾਰ-ਬਾਰ ਕਿਹਾ ਵੀ ਮੈਨੂੰ ਯਕੀਨ ਹੀ ਨਹੀਂ ਹੈਗਾ। ਮੈਂ ਉਹਦੀਆਂ 2-4 ਜਿਹੜੇ ਇੰਟਰਵਿਊ ਦੇਖੇ ਸੀ, ਤੇ ਉਹ ਢੱਡਰੀਆਂ ਵਾਲਾ ਸਾਹਿਬ ਦਾ ਜਿਹੜਾ ਵਿਵਾਦ ਆ ਦੂਸਰੇ ਜਿਹੜੇ ਫੈਡਰੇਸ਼ਨ ਨਾਲ, ਉਹਨਾਂ ਵਿੱਚ ਅਕਾਲ ਤਖਤ ਦੀ ਕੀ ਭੂਮਿਕਾ ਹੋਣੀ ਚਾਹੀਦੀ ਸੀ? ਜਥੇਦਾਰ ਦੀ ਭੂਮਿਕਾ ਤੇ ਤੁਸੀਂ ਸਹਿਮਤ ਹੋ ਜਾਂ ਕੁਝ ਹੋਰ ਉਹਨਾਂ ਨੂੰ ਰੋਲ ਅਦਾ ਕਰਨਾ ਚਾਹੀਦਾ ਸੀ? ਇਹ ਨਾ ਜੀ, ਜਦੋਂ ਭਾਈ ਭੁਪਿੰਦਰ ਸਿੰਘ ਦਾ ਕਤਲ ਹੋਇਆ ਨਾ ਸ਼ਬੀਲ ਲਾ ਕੇ, ਮੈਂ ਉਸ ਵੇਲੇ ਜਨਰਲ ਸੈਕਟਰੀ ਸੀ। ਸਾਡੀ ਮੀਟਿੰਗ ਹੋਈ, ਮੈਂ ਮੀਟਿੰਗ ਦੇ ਵਿੱਚ ਬਹੁਤ ਠੋਕ ਵਜਾ ਕੇ ਤਕਰੀਬਨ ਅੱਧਾ ਘੰਟਾ ਬੋਲਦਾ ਰਿਹਾ ਵੀ ਇਹ ਦੋਨੋਂ ਹੈ ਤਾਂ ਸਿੱਖ ਨੇ ਨਾ, ਦੋਨੇ ਪ੍ਰਚਾਰਕ ਨੇ, ਸਿੱਖ ਕੌਮ ਦਾ ਅੰਗ ਨੇ, ਚਾਹੇ ਉਹ ਬਾਬਾ ਹਰਨਾਮ ਸਿੰਘ ਹੈ, ਚਾਹੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ। ਵੀ ਜੇ ਇਹਨਾਂ ਦਾ ਟਕਰਾਅ ਇਦਾਂ ਹੀ ਵੱਧ ਗਿਆ ਤੇ ਇਹ ਦੋਨੋਂ ਫੈਕਸ਼ਨਸ ਖੜੇ ਹੋ ਜਾਣਗੇ, ਕੌਮ ਵੰਡੀ ਜਾਊ। ਬਿਲਕੁਲ। ਇਹਨਾਂ ਦੋਨਾਂ ਦੇ ਕੋਈ ਤਫਰਕੇ ਆ ਤੇ ਜਥੇਦਾਰ ਸਾਹਿਬ ਦੋਨਾਂ ਨੂੰ ਤਲਬ ਕਰਨ, ਤਲਬ ਕਰਕੇ ਦੋਨਾਂ ਦੀ ਤਸੱਲੀ ਕਰਾਉਣ, ਤਾਂ ਕਿ ਕੌਮ ਦੇ ਵਿੱਚ ਹੋਰ ਵੰਡੀਆਂ ਨਾ ਪੈ ਸਕਣ। ਉਸ ਵਕਤ ਦੇ ਜਥੇਦਾਰ ਨੇ ਫਰਜ਼ ਨਹੀਂ ਨਿਭਾਇਆ, ਹੁਣ ਵਾਲਿਆਂ ਨੇ ਵੀ ਨਹੀਂ ਨਿਭਾਇਆ। ਤੇ ਜੇ ਇਹ ਫਰਜ਼ ਨਿਭਾ, ਆਪਣੇ ਘਰ ਦੇ ਵਿੱਚ ਹੀ ਆਪਣੇ ਦੋ ਭਰਾ ਹੁੰਦੇ ਨੇ, ਉਹਨਾਂ ਦੇ ਵਿਚਾਰਾਂ ਦੀ ਜੇ ਸਾਂਝ ਨਾ ਬਣਦੀ ਹੋਵੇ, ਤੇ ਜੇ ਸਿਆਣਾ ਬਾਪੂ ਹੋਵੇ ਬੁੱਕਲ 'ਚ ਲੈ ਕੇ ਬਿਠਾ ਕੇ ਸਮਝਾ ਦਿੰਦਾ ਵੀ ਕਾਕਾ ਤੇਰਾ ਹੱਕ ਇਹ ਬਣਦਾ, ਤੇਰਾ ਇਹ ਬਣਦਾ, ਆਪਾਂ ਇਸ ਤੋਂ ਅੱਗੇ ਨਹੀਂ ਜਾ, ਆਪਣੇ ਪਰਿਵਾਰ ਦਾ ਭਲਾ ਦੋਨੋਂ ਮੰਨੋ ਤੁਸੀਂ। ਜੇ ਜਦੋਂ ਤੱਕ ਇਹ ਨਹੀਂ ਹੋ ਸਕਿਆ ਤੇ ਉਹ ਦੋ ਫੈਕਸ਼ਨਸ ਖੜੇ ਹੋ ਗਏ। ਜੇ ਢੱਡਰੀਆਂ ਵਾਲਿਆਂ ਨੂੰ ਉਸ ਵੇਲੇ ਮਾੜਾ ਮੋਟਾ ਹਮਦਰਦੀ ਦਾ ਹੱਥ ਉਹਨਾਂ ਦੀ ਪਿੱਠ ਉੱਤੇ ਰੱਖ ਦਿੰਦੇ, ਉਹ ਅੱਜ ਬਾਗੀ ਨਾ ਹੁੰਦਾ। ਬਾਗੀ ਨਾ, ਹੁਣ ਉਹ ਸ਼ਰੇਆਮ ਮਤਲਬ ਓਪਨਲੀ ਬਾਗੀ ਹੋ ਕੇ ਸਟੇਟਮੈਂਟਸ ਅਜੇ ਤੱਕ ਦੇ ਰਿਹਾ ਹੈਗਾ। ਉਹ ਬਾਗੀ ਹੋ ਗਿਆ ਨਾ, ਫਿਰ ਬਾਗੀ ਜਦੋਂ ਬਗਾਵਤ ਤੇ ਆ ਜਾਂਦਾ ਫਿਰ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਹਾਂਜੀ 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 ਹਾਂਜੀ। ਚਲੋ, ਇਹ ਬੜਾ ਅਨਫੋਰਚੂਨੇਟ ਆ ਸਾਡੀ ਸਿੱਖ ਕਮਿਊਨਿਟੀ ਵਿੱਚ ਇਸ ਤਰ੍ਹਾਂ ਦੇ ਇਨਸੀਡੈਂਟ ਹੋਣੇ। ਆਪਾਂ ਆਸ ਕਰਦੇ ਹਾਂ ਅਕਾਲ ਤਖਤ ਦੀ ਅਗਵਾਈ ਵਿੱਚ ਉਹਨਾਂ ਨੂੰ ਹੋਰ ਕੰਸਟਰਕਟਿਵ ਰੋਲ ਅਦਾ ਕਰਕੇ ਜਿਹੜੇ ਇਸ ਤਰ੍ਹਾਂ ਦੇ ਮਸਲੇ ਹੈਗੇ, ਮੇਜਰ ਮਸਲੇ ਐਟਲੀਸਟ, ਉਹ ਤਾਂ ਸੋਲਵ ਕਰਨੇ ਚਾਹੀਦੇ। ਹੁਣ ਮੈਂ ਉਸੇ original ਟੌਪਿਕ ਤੇ ਆਉਣਾ ਹੈਗਾ। ਦੇਖੋ, ਜਦੋਂ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ, ਡੈਲੀਗੇਸ਼ਨ ਚਲੇ ਗਿਆ, ਪਹਿਲਾਂ ਤਾਂ ਡੈਲੀਗੇਸ਼ਨ ਹੀ ਨਹੀਂ ਜਾਂਦਾ ਹੈਗਾ। ਜੇ ਜਾਂਦੇ ਤੇ ਉਹ ਕਾਗਜ਼ੀ ਕਾਰਵਾਈ ਕਰਕੇ ਇਹਨੂੰ ਮਿਲ ਕੇ ਪਿੱਛੇ ਜੇ ਸ਼ਿਲੌਂਗ ਵੀ ਗਏ ਸੀ, ਉਹ ਮੁੜ ਕੇ ਫਿਰ ਪ੍ਰੋਬਲਮ ਉੱਥੇ ਦੀ ਉੱਥੇ ਰਹੀ ਹੈਗੀ। ਇਹਨਾਂ ਨੇ ਹੁਣ ਕੱਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਤੱਕ ਗਿਆ ਹੈਗਾ, ਇਹ ਆਈ ਵਾਸ਼ ਆ ਕਿ ਜਾਂ ਇਹਨਾਂ ਦਾ ਕੋਈ ਡੈਲੀਗੇਸ਼ਨਾਂ ਦਾ ਅਸਰ ਵੀ ਹੋਣਾ? ਉਹਨਾਂ ਨੂੰ ਸਿੱਖਾਂ ਨੂੰ ਇਨਸਾਫ ਮਿਲੇਗਾ ਕਿ ਨਹੀਂ ਮਿਲੇਗਾ ਤੁਹਾਡੇ ਹਿਸਾਬ ਨਾਲ? ਭਾਈ ਸਾਹਿਬ, ਮੈਂ 25 ਸਾਲ ਸ਼੍ਰੋਮਣੀ ਕਮੇਟੀ 'ਚ ਬੜੇ ਮੁੱਖ ਅਹੁਦਿਆਂ ਦੇ ਉੱਤੇ ਰਹਿ ਕੇ ਸੇਵਾ ਕੀਤੀ। ਤੇ ਮੈਂ 25 ਸਾਲ ਦੇ ਵਿੱਚ ਇਹ ਸਾਰਾ ਕੁਝ ਦੇਖਿਆ। ਮਤੇ ਲਿਖੇ ਜਾਂਦੇ ਆ, ਨਾ ਭੇਜੇ ਜਾਂਦੇ ਆ, ਤੇ ਨਾ ਉਹਦੀ ਕੋਈ ਫੋਲੋ ਅਪ ਦਿੱਤਾ ਜਾਂਦਾ। ਇਹ ਸਿਰਫ ਲੋਕਾਂ ਦੇ ਵਿੱਚ ਆਪਣੀ ਸਾਖ ਬਚਾਉਣ ਦੀ ਇੱਕ ਨਾਕਾਮ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਲੋਕਾਂ ਨੂੰ ਵੀ ਪਤਾ ਹੁੰਦਾ ਤੇ ਇਹਨਾਂ ਨੇ ਜਾਣਾ ਮੁੱਖ ਮੰਤਰੀ ਨਾਲ ਚਾਹ ਪੀ ਕੇ ਫੋਟੋ ਖਿਚਾ ਕੇ ਅਖਬਾਰ 'ਚ ਲਵਾਉਣੀ ਹੈ, ਹੋਰ ਕੰਮ ਕੋਈ ਨਹੀਂ ਕਰਨਾ। ਜੇ ਸੱਚੀ ਮੁੱਚੀ ਕਰਦੀ ਹੋਵੇ
ਤੇ ਜੇ ਸੱਚੀ ਮੁੱਚ ਸਿੱਖਾਂ ਦੀ ਅਗਵਾਈ ਕਰਨੀ ਹੋਵੇ ਤੇ ਫਿਰ ਜਾਣ ਜਥਾ ਲੈ ਕੇ ਠਾਲੋ ਇਹਨਾਂ ਨੂੰ। ਕਿੱਦਾਂ ਠਾਲਦੇ? ਦੁਨੀਆ ਦੇ ਵਿੱਚ ਐਸੇ ਮੁਲਕ ਆ ਜਿਨ੍ਹਾਂ ਦੇ ਕੋਲ ਧਰਤੀ ਬੇਆਬਾਦ ਪਈ ਹੈ ਤੇ ਉਹ ਲੋਕ ਆਵਾਜ਼ਾਂ ਮਾਰ ਰਹੇ ਆ ਵੀ ਅਸੀਂ ਤੁਹਾਨੂੰ ਫ੍ਰੀ ਧਰਤੀ ਦੇ ਦਿੰਦੇ ਆ, ਸਾਡੀ ਧਰਤੀ ਆਬਾਦ ਕਰ ਦਿਓ। ਜਿਨ੍ਹਾਂ ਲੋਕਾਂ ਨੇ 4-4 ਪੁਸ਼ਤਾਂ ਤੋਂ ਬੈਠ ਕੇ ਭੁੱਖੇ ਢਿੱਡ ਭਰੇ ਆ, ਉਹਨਾਂ ਦਾ ਉਜਾੜਾ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ? ਇੱਕ ਪਾਸੇ ਚਲੋ ਗੱਲ ਕਰ ਲੈਂਦੇ ਆਪਾਂ, ਸਟੇਟ ਜਿਹੜੀ ਆ ਸੋਸ਼ਲ ਵੈਲਫੇਅਰ ਸਟੇਟ ਹੈ, ਲੋਕਾਂ ਨੂੰ ਰੁਜ਼ਗਾਰ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਕੋਈ ਕਹਿੰਦਾ ਜੀ ਮੈਂ ਸਮਾਰਟਫੋਨ ਵੰਡੂਗਾ ਜੀ, ਕੋਈ ਕਹਿੰਦਾ ਜੀ ਮੈਂ ਨੌਕਰੀਆਂ ਵੰਡੂਗਾ, ਕੋਈ ਕਹਿੰਦਾ ਮੈਂ ਕੁਛ ਕਰੂੰਗਾ। ਬੇਰੁਜ਼ਗਾਰ ਕਰਦੇ, ਬੇਰੁਜ਼ਗਾਰਾਂ ਨੂੰ ਨੌਕਰੀਆਂ। ਜਿਹੜੇ 4 ਪੁਸ਼ਤਾਂ ਤੋਂ ਆਬਾਦ ਹੈ ਉਹਨਾਂ ਨੂੰ ਉਜਾੜ ਕੇ ਕਿਹੜੀ ਪ੍ਰਾਪਤੀ ਹੋ ਜਾਏਗੀ? ਹਾਂਜੀ ਹਾਂਜੀ ਹਾਂਜੀ। ਲੀਗਲ ਤੌਰ ਤੇ ਜਲੰਧਰ ਵਿੱਚ 20-25 ਕੋਠੀਆਂ ਦੇ ਜਿਹੜੇ ਜਿੰਨੀਆਂ ਕਿ ਮੇਰੇ ਨੌਲੇਜ ਵਿੱਚ ਆ, ਉਹ ਰਜਿਸਟਰੀ ਕਿਸੇ ਹੋਰ ਦੇ ਨਾਂ ਦੀ ਹੁੰਦੀ, ਉੱਥੇ ਕਾਬਜ਼ ਮੇਰੇ ਵਰਗਾ ਕੋਈ ਬੰਦਾ ਬੈਠਾ ਹੁੰਦਾ। ਪੁਲਿਸ ਕਹਿੰਦੀ ਜੀ ਇਹ ਕਬਜ਼ਾ ਬੈਠਾ, ਆਪਾਂ ਨਹੀਂ ਕੁਝ ਵੀ ਕਰ ਸਕਦੇ। ਜਦੋਂ ਕਾਬਜ਼ ਲੋਕੀ ਹੈਗੀ, ਇਹਨਾਂ ਨੂੰ ਕਿਵੇਂ ਹਟਾ ਸਕਦੇ ਹੈਗੇ ਆ? ਇੰਨੀ ਦੇਰ ਤੋਂ ਕਾਬਜ਼ ਹੈ ਇਹ। ਉੱਥੇ ਦੇਖੋ, ਮਾਲ ਵਿਭਾਗ ਦੇ ਰਿਕਾਰਡ ਦੇ ਵਿੱਚ ਉਹਨਾਂ ਦੇ ਨਾਮ ਬੋਲਦੇ ਆ। ਹਾਂਜੀ, ਕਦੀ 70 ਸਾਲ ਹੋ ਗਏ, 70 ਸਾਲ ਤੋਂ ਬਾਅਦ ਅੱਜ ਇਹ ਗੱਲਾਂ ਹੋਣੀਆਂ। ਪਹਿਲਾਂ ਗੁਜਰਾਤ 'ਚ ਉਹਨਾਂ ਦਾ ਉਜਾੜਾ ਕਰਨਾ ਤੇ ਫਿਰ ਇੱਥੇ ਯੂਪੀ ਕਰਨਾ, ਕਦੀ ਉੱਤਰਾਚਲ 'ਚ ਕਰ ਦੇਣਾ। ਇਹ ਕੀ ਤਮਾਸ਼ਾ ਬਣਾਇਆ ਹੋਇਆ? ਇਹ ਹੋ ਇਸ ਕਰਕੇ ਰਿਹਾ, ਉਹਨਾਂ ਨੂੰ ਪਤਾ ਵੀ ਇਹ ਸਿਰਫ ਇੱਕ ਵਜ਼ੀਰੀ ਦੀ ਮਾਰ ਹੈ। ਇਹਨਾਂ ਨੂੰ ਇੱਕ ਵਜ਼ੀਰੀ ਦੇ ਦਿਓ, ਇਹਨਾਂ ਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਨਾ ਇਹਨਾਂ ਨੂੰ ਆਪਣੀ ਕੌਮ ਦਾ ਫਿਕਰ ਹੈ, ਨਾ ਕਿਸੇ ਹੋਰ ਗੱਲ ਦਾ ਫਿਕਰ ਹੈ। ਸਭ ਕੁਝ ਛੱਡ ਕੇ ਬੈਠ ਜਾਂਦੇ। ਇਹ ਹੁਣ ਚਲੋ ਇੱਕ ਪਾਸੇ ਹਰਸਿਮਰਤ ਕੌਰ ਬਾਦਲ ਵਜ਼ੀਰ ਹੈਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ, ਪਰ ਅਨਫੋਰਚੂਨੇਟਲੀ ਜਿਹੜੇ ਇਹਨਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ ਤਾਂ ਜਦੋਂ ਉਹ ਬੇਅਦਬੀ ਵਾਲਾ ਹੋਇਆ ਸੀ, ਤੁਸੀਂ SCPC ਤੇ ਅਕਾਲੀ ਦਲ ਛੱਡਿਆ ਹੈਗਾ। ਫਿਰ ਉਹ ਜਿਹੜੇ ਟਕਸਾਲੀ ਵੀ ਨਿਕਲੇ, ਫਿਰ ਢੀਂਡਸਾ ਸਾਹਿਬ ਵੀ ਆ ਗਏ। ਇਹ ਹੁਣ 2-4 ਹੋਰ ਲੋਕੀ ਢੀਂਡਸਾ ਸਾਹਿਬ ਨਾਲ ਜੁੜ ਗਏ ਹੈਗੇ। ਮਤਲਬ ਜਿੱਥੇ ਇਹ ਕੌਮ ਸਿੱਖ ਕਮਿਊਨਿਟੀ ਇੱਕ ਇਕੱਠੀ ਹੋਣੀ ਚਾਹੀਦੀ ਸੀ, ਇੰਨੀ ਮਤਲਬ ਡਿਵੀਜ਼ਨ ਹੋ ਰਹੀ ਹੈਗੀ ਆ ਆਈਡੀਓਲੋਜੀ ਦੀ, ਪੋਲੀਟੀਕਲ ਹੋਵੇ ਜਾਂ ਸੋਸ਼ਲ ਤੌਰ ਤੇ। ਇਹ ਇਨ ਜਨਰਲ ਘਾਤਕ ਨਹੀਂ ਕਮਿਊਨਿਟੀ ਲਈ। ਬਾਕੀ ਪੋਲੀਟੀਕਲ ਕੀ ਹੈਗੀ ਨੇ ਉਹ ਤੋਂ ਬਾਅਦ ਤੇ ਗੱਲ ਕਰਦੇ ਨੇ। ਇਹਦੇ ਨਾਲ ਜੀ 2-3 ਕਾਰਨ ਹੈ। ਇੱਕ ਤਾਂ ਕਾਰਨ ਇਹ ਹੈ ਜਿਹਦਾ ਮੈਂ ਪਹਿਲਾਂ ਜ਼ਿਕਰ ਕਰਕੇ ਹਟਿਆ ਨਾ, ਵੀ ਇੱਕ ਪਰਿਵਾਰ ਨੇ ਆਪਣੀ ਤਾਕਤ ਵਧਾਉਂਦਿਆਂ ਨੇ ਲੋਕਾਂ ਦਾ ਅਕਾਲੀ ਦਲ ਲੋਕਾਂ ਕੋਲੋਂ ਖੋਹ ਕੇ ਪਰਿਵਾਰ ਦੀ ਜੇਬ 'ਚ ਪਾ ਦਿੱਤਾ। ਅੱਛਾ, ਉਹਨੇ ਤਾਕਤ ਵਧਾਉਂਦਿਆਂ ਜਿਹੜੀਆਂ ਪੰਥਕ ਸੰਸਥਾਵਾਂ ਸੀ, ਜਦੋਂ ਅਕਾਲੀ ਦਲ ਤਾਕਤ ਵਿੱਚ ਨਹੀਂ ਸੀ ਹੁੰਦਾ, ਫਿਰ ਜਿਹੜੀ ਸਹਾਰਾ ਸੀ ਕੌਮ ਦਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਬਣਦਾ ਸੀ। ਹਾਂਜੀ ਹਾਂਜੀ। ਪਾਵਰਲੈਸ ਸੀ ਨਾ, ਤਾਕਤ ਦੀ ਖਾਸ਼ ਸੀ। ਉਹਨੇ ਇੰਨਾ ਜ਼ਿਆਦਾ ਭਾਰੂ ਕਰਤਾ ਵੀ ਸ਼੍ਰੋਮਣੀ ਕਮੇਟੀ ਵੀ ਮੇਰੀ ਜੇਬ 'ਚ ਰਹੇ, ਅਕਾਲੀ ਦਲ ਵੀ ਮੇਰੀ ਜੇਬ 'ਚ ਰਹੇ। ਉਹ ਸਾਰਾ ਕੁਝ ਇਕੱਠਾ ਕਰ ਰਿਹਾ ਤੇ ਉਸ ਪਰਿਵਾਰ ਦੇ ਕਰਕੇ ਹੀ ਅੱਜ ਸਿੱਖਾਂ ਕੋਲ ਨਾ ਅਕਾਲੀ ਦਲ ਹੈ, ਨਾ ਅਕਾਲ ਤਖਤ ਹੈ ਤੇ ਨਾ ਸ਼੍ਰੋਮਣੀ ਕਮੇਟੀ। ਅੱਛਾ, ਹੁਣ ਤੁਸੀਂ ਹੱਲ ਦੀ ਗੱਲ ਕਰਦੇ ਹੋ। ਮੈਂ ਜਿਹੜੇ ਸੱਜਣਾਂ ਦਾ ਤੁਸੀਂ ਜ਼ਿਕਰ ਕੀਤਾ, 2-4 ਹੋਰ ਗਰੁੱਪ ਨੇ, ਸਾਰੇ ਮੇਰੇ ਸੰਪਰਕ ਵਿੱਚ ਰਹਿੰਦੇ। ਮੈਂ ਇਹਨਾਂ ਨੂੰ ਸਾਰਿਆਂ ਨੂੰ ਮਿਲ ਕੇ ਗੱਲ ਕਹੀ ਸੀ। ਮੈਂ ਕਿਹਾ ਇਹ ਬਿਲਕੁਲ ਉਸੇ ਤਰ੍ਹਾਂ ਹੋ ਰਿਹਾ ਜਿਵੇਂ ਬਾਦਲ ਪਰਿਵਾਰ ਨੇ ਉਹਨਾਂ ਨਾਲੋਂ ਕੁਝ ਨਿਕਲਾ ਕਰਨ ਦੀ ਲੋੜ ਹੈ। ਮੈਨੂੰ ਕਹਿੰਦੇ ਕੀ ਕਰਨਾ ਚਾਹੀਦਾ? ਮੈਂ ਕਿਹਾ ਤੁਸੀਂ 25-30 ਬੰਦੇ ਆ, 75-75 ਸਾਲ ਤੁਸੀਂ ਸੱਤਾ ਭੋਗ ਲਈ, ਕਿਸੇ ਨੇ 70 ਸਾਲ ਭੋਗ ਲਈ, 50 ਸਾਲ ਭੋਗ ਲਈ, ਕਿਸੇ ਨੇ 60 ਸਾਲ ਭੋਗ ਲਈ। ਤੁਸੀਂ ਸਾਰੇ ਹੀ ਇੱਕ ਐਲਾਨ ਕਰੋ ਵੀ ਨਾ ਅਸੀਂ ਤੇ ਨਾ ਸਾਡਾ ਪਰਿਵਾਰ, ਨਾ ਸ਼੍ਰੋਮਣੀ ਕਮੇਟੀ ਦੀ ਲੜਾਂਗੇ, ਨਾ MLA ਦੀ ਲੜਾਂਗੇ, ਨਾ MP ਦੀ ਲੜਾਂਗੇ। ਪੋਲੀਟੀਕਲ ਬਣਾ ਕੇ ਉਹਨੂੰ ਚਲਾਵਾਂਗੇ, ਲੋਕਾਂ ਨੂੰ ਚਲਾਉਣਾ ਸਿਖਾਵਾਂਗੇ, ਨਵੀਂ ਲੀਡਰਸ਼ਿਪ ਸਿੱਖਾਂ ਵਿੱਚੋਂ ਪੈਦਾ ਕਰਕੇ ਮੋਹਰੇ ਦਿਆਂਗੇ। ਦੂਜੇ ਦਿਨ ਲੋਕ ਤੁਹਾਡੇ ਮਗਰ ਤੁਰ। ਬਹੁਤ ਅੱਛਾ ਆਈਡੀਆ ਹੈਗਾ। ਲੌਜਿਕ ਵਾਲੀ ਗੱਲ ਹੈ। 15 'ਚ ਕੱਢਿਆ ਸੀ, ਇਹ ਵੀ ਆ ਗਿਆ। ਇਹਨੂੰ 16 'ਚ ਕੱਢਿਆ ਸੀ, ਇਹ ਵੀ ਆ ਗਿਆ। 17 'ਚ ਵੀ ਆ ਗਿਆ। ਇਹਨੂੰ MLA ਦੀ ਟਿਕਟ ਨਹੀਂ ਮਿਲੀ, ਇਹ ਵੀ ਆ ਗਿਆ। ਇਹਨੂੰ MP ਦੀ ਨਹੀਂ ਮਿਲੀ, ਇਹ ਵੀ ਆ ਗਿਆ। ਇਹ ਫਿਰ ਬਹੁਤਾ ਚਿਰ ਕੰਮ ਨਹੀਂ ਚੱਲਦਾ। ਇੱਕ ਦੋ ਭੌਰ ਸਾਹਿਬ ਗੱਲਾਂ ਹੋਰ ਪਿੱਛੇ ਜੇ ਇੱਕ ਜਿਹੜਾ ਬੋਨੀ ਅਜਨਾਲਾ ਦਾ, ਫਿਰ ਇਹਨੇ ਸ਼੍ਰੋਮਣੀ ਅਕਾਲੀ ਦਲ ਨੇ ਖਿੱਚ ਲਿਆ। ਸ਼ਾਇਦ ਅਜਨਾਲਾ ਸਾਹਿਬ ਵੀ ਚੱਲ ਜਾਣ। ਇਹ ਵੀ ਕਹਿੰਦੇ ਵੀ ਬਾਕੀ ਬੰਦੇ ਵੀ ਚੱਲ ਜਾਣ। ਉਧਰੋਂ ਢੀਂਡਸਾ ਸਾਹਿਬ ਵੀ ਕੋਈ ਵੱਡੀ ਆਫਰ ਦੇਣਗੇ, ਉਹ ਵੀ ਚੱਲ ਜਾਣਗੇ। ਇੱਕ ਪਾਸੇ ਢੀਂਡਸਾ ਸਾਹਿਬ ਦਾ ਹੈਗਾ ਸ਼ਾਇਦ BJP ਜੁਆਇਨ ਕਰਕੇ, BJP ਉਹਨਾਂ ਨੂੰ ਆਲਟਰਨੇਟਿਵ ਇੱਥੇ ਪੰਜਾਬ ਵਿੱਚ ਪ੍ਰੈਜ਼ੈਂਟ ਕਰ ਸਕਦੀ, ਲੋਕਾਂ ਅੱਗੇ ਪੇਸ਼ ਕਰ ਸਕਦੀ ਹੈ। ਇਦਾਂ ਦੀ ਕੰਬੀਨੇਸ਼ਨ ਬਣ ਸਕਦਾ ਤੁਹਾਡੇ ਹਿਸਾਬ ਨਾਲ? ਔਰ ਸਭ ਸਿਆਸਤ ਦੇ ਗਰਭ ਵਿੱਚ ਕੀ ਪਿਆ ਹੈ ਕਿਸੇ ਨੂੰ ਕਦੀ ਅੰਦਾਜ਼ਾ ਨਹੀਂ ਪਿਆ। ਸਿਆਸੀ ਬੰਦਿਆਂ ਦੇ ਢਿੱਡ 'ਚ ਕੀ ਹੈ ਉਹ ਕਦੀ ਕਿਸੇ ਨੂੰ ਨਹੀਂ ਦੱਸਦੇ। ਇਹ ਤੇ ਚੰਦ ਚੜ੍ਹਦਾ, ਇੰਨੀ ਦਾ ਚੰਦ ਚੜ੍ਹਿਆ ਸਾਰਿਆਂ ਨੂੰ ਦਿਸੇਗਾ। ਸਿੱਧਾ ਦੁਪਹਿਰ ਨੂੰ ਚੰਦਰਮਾ ਚੜ੍ਹਦਾ ਹੈਗਾ।
ਜਦੋਂ ਚੜ੍ਹੇਗਾ ਤਾਂ ਸਾਰਿਆਂ ਨੂੰ ਨਜ਼ਰ ਆਏਗਾ। ਪਰ ਮੈਂ ਆਪਣੀ ਜਿਹੜੀ ਮੇਰੀ ਸੋਚ ਕੰਮ ਕਰਦੀ ਹੈ ਵੀ ਪੰਜਾਬ ਹਿਤੈਸ਼ੀਆਂ ਨੂੰ ਤੇ ਪੰਥ ਹਿਤੈਸ਼ੀਆਂ ਨੂੰ ਮਿਲਣਾ ਚਾਹੀਦਾ, ਇਕੱਠੇ ਹੋ ਕੇ ਕੋਈ ਕਾਮਨ ਮਿਨੀਮਮ ਪ੍ਰੋਗਰਾਮ ਬਣਾਉਣਾ ਚਾਹੀਦਾ। ਤੇ ਇਹ ਜਿਹੜੇ ਪੰਜਾਬ ਦੀ ਇਹੋ ਜਿਹੀ ਦੁਰਗਤ ਹੋ ਰਹੀ ਆ, ਇਕਨੋਮਿਕਲ ਵੀ ਅਸੀਂ ਪਛੜ ਰਹੇ ਹਾਂ, ਸਾਡੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਸਾਡੇ ਬੱਚੇ ਬਾਹਰ ਨੂੰ ਭੱਜ ਰਹੇ ਆ, ਔਰ ਸਾਡੀ ਅਸੀਂ ਸਿਕਿਉਰਿਟੀ ਵਾਈਜ਼ ਠੀਕ ਨਹੀਂ ਆ। ਕਰੋਨਾ ਆ ਗਿਆ, ਹਸਪਤਾਲਾਂ 'ਚ ਹਸਪਤਾਲ ਹੈ ਤਾਂ ਡਾਕਟਰ ਹੈ ਨਹੀਂ, ਡਾਕਟਰ ਹੈ ਤਾਂ ਦਵਾਈ ਹੈ ਨਹੀਂ। ਤੇ ਪੰਥਕ ਤੌਰ ਤੇ ਅਸੀਂ ਇੰਨੇ ਪਿਛੜ ਗਏ ਆ ਬਈ ਨਾ ਸਾਡੇ ਕੋਲ ਪੰਥਕ ਸੰਸਥਾ ਹੈ, ਨਾ ਪੰਥਕ ਕੋਈ ਨਿਜ਼ਾਮ ਰਹਿ ਗਿਆ। ਇਹਨੂੰ ਬਚਾਉਣ ਦੇ ਉਹਨਾਂ ਨੂੰ ਤਕੜੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ। ਕੋਈ ਐਸਾ ਪਲੇਟਫਾਰਮ ਸਿਰਜਣ ਦੀ ਲੋੜ ਹੈ ਜਿਹੜਾ ਪਰਿਵਾਰਾਂ ਤੋਂ ਮੁਕਤ ਹੋਵੇ ਔਰ ਲੋਕਾਂ ਦੀ ਸੰਸਥਾ ਲੋਕਾਂ ਦੇ ਹਵਾਲੇ ਹੋਵੇ, ਲੋਕ ਆਪਣੇ ਲੀਡਰ ਚੁਣਨ। ਤੇ ਹੁਣ ਤੇ ਉੱਪਰੋਂ ਹੀ ਕੋਰ ਕਮੇਟੀ ਬਣ ਜਾਂਦੀ, ਉੱਪਰੋਂ MLA ਦੀਆਂ ਟਿਕਟਾਂ, ਉੱਪਰੋਂ ਹੀ ਪ੍ਰਧਾਨ ਜੀ ਬਣ ਜਾਂਦੇ, ਉੱਪਰੋਂ ਸਾਰਾ ਕੁਝ ਬਣ ਜਾਂਦੇ ਆ। ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਵਿਚਾਰਿਆਂ ਨੂੰ, ਭਰਤੀ ਕੋਈ ਕਰਦਾ ਰਹਿ ਜਾਂਦਾ, ਪ੍ਰਧਾਨ ਕੋਈ ਬਣ ਜਾਂਦਾ। ਚਲੋ ਇਸ ਵਿਸ਼ੇ ਤੇ ਦੁਬਾਰਾ ਆਉਨੇ, ਪਰ ਜਿਵੇਂ ਉਹ ਪਿੱਛੇ ਜੇ ਅਨਫੋਰਚੂਨੇਟਲੀ ਉਹ ਵਿਚਾਰੇ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੀ, ਸਾਡੀ ਸਿੱਖ ਕਮਿਊਨਿਟੀ, ਸ਼ਾਇਦ ਮੈਂ ਅਫਗਾਨਿਸਤਾਨ ਦਾ ਜਾ ਨਹੀਂ ਹੋਇਆ, ਜਿਹੜਾ ਗੁਰਦੁਆਰਾ ਗੁਰੂ ਹਰਰਾਏ ਸਾਹਿਬ ਦਾ ਗੁਰਦੁਆਰਾ ਹੈਗਾ ਉੱਥੇ, ਤੇ ਉੱਥੇ ਉਹ ਆਤੰਕਵਾਦੀਆਂ ਨੇ ਜਿਹੜੇ ਉਹ ਤਾਲਿਬਾਨ, ਉਹਨਾਂ ਨੇ ਸ਼ਰੇਆਮ ਕਿਸ ਤਰ੍ਹਾਂ ਉਹ ਬਰੂਟਲ ਮਾਡਲ ਕੀਤਾ। ਉਹ ਕੁਛ ਤਾਂ ਵਿਚਾਰੇ ਆਪਣੇ ਲੈਵਲ ਤੇ ਕਿਸੇ ਤਰੀਕੇ ਨਾਲ ਸਿੱਖ ਕਮਿਊਨਿਟੀ ਦੇ ਕੈਨੇਡਾ ਚੱਲ ਗਏ, ਉਧਰਲੀਆਂ ਪੰਜਾਬ ਵਾਲੀ ਸਾਈਡ ਜਾਂ ਇੰਡੀਆ ਗੌਰਮੈਂਟ ਨੇ ਜਾਂ ਕੁਛ ਸੰਸਥਾਵਾਂ ਨੇ ਕੋਈ ਮਦਦ ਕੀਤੀ ਉਹਨਾਂ ਦੀ ਕਿ ਨਹੀਂ? ਉਹ ਕਿ ਉਦਾਂ ਹੀ ਵਿਚਾਰੇ ਲਵਾਰਸ ਘੁੰਮਦੇ। ਦੇਖੋ ਜਿਹੜੀਆਂ ਸੰਸਥਾਵਾਂ ਬਾਹਰ ਕੰਮ ਕਰਦੀਆਂ, ਮੈਂ ਦੇਖਿਆ ਯੂਰਪ ਦੇ ਵਿੱਚ ਵੀ ਉਹ ਕਾਫੀ ਸਿੰਘ ਗਏ ਆ, ਉਹਨਾਂ ਦੀ ਕਾਫੀ ਮਦਦ ਕਰਦੇ ਆ, ਉਹਨਾਂ ਨੂੰ ਸਪੋਰਟ ਕਰਦੇ ਆ। ਵੈਸੇ ਜੋ ਉਹਨਾਂ ਦੀ ਫਾਈਨੈਂਸ਼ੀਅਲ ਪੋਜੀਸ਼ਨ ਹੈ, ਫਾਈਨੈਂਸ਼ੀਅਲੀ ਦੇ ਆਰ ਵੈਰੀ ਮਚ ਸਟਰੋਂਗ। ਉਹਨਾਂ ਨੂੰ ਪੈਸਿਆਂ ਦੀ ਲੋੜ ਨਹੀਂ, ਉਹ ਕਹਿੰਦੇ ਸਾਨੂੰ ਪੈਸਿਆਂ ਦੀ ਲੋੜ ਨਹੀਂ, ਸਾਨੂੰ ਕੰਮ ਚਾਹੀਦਾ, ਅਸੀਂ ਕਮਾ ਲਿਆਂਗੇ। ਨਹੀਂ ਵੀ ਹਾਰਡ ਵਰਕਿੰਗ ਇਮਾਨਦਾਰ ਹੈ ਬੰਦੇ, ਮਿਹਨਤੀ ਲੋਕ ਹੈ। ਜਿੱਥੇ ਉਹ ਜਾਂਦੇ ਆ ਆਪਣੀ ਮਿਹਨਤ ਦੇ ਨਾਲ ਆਪਣੀ ਥਾਂ ਬਣਾ ਲੈਂਦੇ। ਪਰ ਕੋਈ ਕੌਮੀ ਲੈਵਲ ਦੇ ਉੱਤੇ, ਵੱਡੇ ਪੱਧਰ ਦੇ ਉੱਤੇ, ਅਸੀਂ ਤਾਂ ਇੱਥੇ ਕਈ ਵਾਰੀ ਕਰ ਚੁੱਕੇ ਹਾਂ। ਇੱਥੇ ਸਿੱਖ ਲੀਡਰ ਵਿਹਲੇ ਬੈਠੇ, ਸਿੱਖ ਲੀਡਰਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਹਾਂਜੀ, ਉਹ ਆਪਣੇ ਕੰਮ ਦੇ ਕਰਿੰਦੇ ਆ। ਉਹਨਾਂ ਨੇ ਮਿਹਨਤ ਵੀ ਕੀਤੀ ਆ, ਉਹਨਾਂ ਨੂੰ ਕੰਮ ਦੀ ਜਾਂਚ ਵੀ ਆ, ਪੈਸੇ ਵੀ ਉਹਨਾਂ ਕੋਲ ਹੈਗੇ ਆ, ਉਹ ਥੋੜੀ ਕੀਤੇ ਪਰਵਾਹ ਨਹੀਂ ਕਰਦੇ। ਪਰ ਜ਼ਿੰਦਗੀ ਮੌਤ ਦੀ ਜਦੋਂ ਲੜਾਈ, ਜਦੋਂ ਮੂਰਖ ਲੋਕ ਗੁਰਦੁਆਰਿਆਂ ਵਿੱਚ ਬੈਠੇ, ਮਸਜਿਦਾਂ ਵਿੱਚ ਬੈਠੇ, ਮੰਦਿਰਾਂ 'ਚ ਬੈਠੇ ਲੋਕਾਂ ਨੂੰ ਮਾਰਨ ਲੱਗ ਪੈਣ, ਉਹਦੇ ਮੁੱਢਲੇ ਤਾਂ ਫਿਰ ਦਾ ਜ਼ੋਰ ਵੀ ਨਹੀਂ ਚੱਲਦਾ। ਚਲੋ ਇਹ ਹੁਣ ਥੋੜਾ ਜਿਹਾ ਪਾਕਿਸਤਾਨ ਦਾ ਹਾਲਾ, ਕਰਤਾਰਪੁਰ ਕੋਰੀਡੋਰ ਤੁਹਾਨੂੰ ਪਤਾ ਖੁੱਲਿਆ ਹੈਗਾ। ਇਮਰਾਨ ਖਾਨ ਦੀ ਤਾਰੀਫ ਕਰਨੀ ਬਣਦੀ ਹੈਗੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ। ਹੁਣ ਚਲੋ ਟੈਂਪਰੇਰੀ ਕੋਵਿਡ ਕਰਕੇ ਉਹ ਬੰਦ ਹੈਗਾ, ਜਦੋਂ ਠੀਕ ਹੋ ਗਿਆ ਫਿਰ ਖੁੱਲ ਜਾਏਗਾ। ਪਰ ਕਿਤੇ ਕਿਤੇ ਫਿਰ ਵੀ ਇੱਦਾਂ ਦੀ ਅਸੀਂ ਸਿੱਖ ਕਮਿਊਨਿਟੀ ਦੇ ਜਿਹੜੀ ਉਹਨਾਂ ਤੇ ਅਤਿਆਚਾਰ ਦੀ ਜਾਂ ਉਹ ਜਿਹੜਾ ਜ਼ਬਰਦਸਤੀ ਧਰਮ ਪਰਿਵਰਤਨ, ਇੱਦਾਂ ਦੀਆਂ ਇੰਸੀਡੈਂਟ ਸੁਣਦੇ ਰਹਿੰਦੇ ਆ। ਤੁਸੀਂ ਪਾਕਿਸਤਾਨ ਗਏ ਹੋ, ਕੀ ਉੱਥੇ ਜਾ ਕੇ ਤੁਸੀਂ ਦੇਖਿਆ ਹੈਗਾ? ਸਿੱਖ ਕਮਿਊਨਿਟੀ ਦਾ ਹਾਲ ਕੀ ਹੈ ਉੱਥੇ? ਮੈਂ ਬਹੁਤ ਵਾਰੀ ਪਾਕਿਸਤਾਨ ਗਿਆ, ਡੈਲੀਗੇਸ਼ਨ ਲੈ ਕੇ ਵੀ ਗਿਆ। ਉਹਨਾਂ ਲੋਕਾਂ ਦਾ ਸਾਡੇ ਨਾਲ ਕੋਈ ਏਦਾਂ ਦੀ ਮੈਨੂੰ ਨਹੀਂ ਨਜ਼ਰ ਲੱਗਦੀ। ਕ੍ਰਿਮੀਨਲ ਬੰਦੇ ਤਾਂ ਹਰ ਇੱਕ ਜਗ੍ਹਾ ਹੀ ਬੈਠੇ। ਅੱਛਾ ਹਾਂ, ਇਨ ਜਨਰਲ ਕਮਿਊਨਿਟੀ ਵਧੀਆ, ਮਤਲਬ ਵਿੱਚ ਕ੍ਰਿਮੀਨਲ ਮਾਈਂਡਡ ਬੰਦੇ ਇੱਦਾਂ ਦਾ ਇੰਸੀਡੈਂਟ ਘਰ ਦੇ ਵਿੱਚ ਜਿਹੜੇ ਆਮ ਪੰਜਾਬੀ ਲੋਕ ਆ ਉੱਥੇ, ਉੱਥੋਂ ਦੇ ਪੰਜਾਬ ਦੇ, ਉਹ ਤਾਂ ਨੱਠ ਕੇ ਜੱਫੀਆਂ ਪਾ ਕੇ ਮਿਲਦੇ। ਹਾਂ, ਉਹ ਤਾਂ ਬਹੁਤ ਜੱਫੀਆਂ ਪਾ ਕੇ ਮਿਲਦੇ। ਯੈਸ ਹਾਂਜੀ। ਕਿਸਮਤ ਇਹ ਹੈ ਵੀ ਸਾਡੇ ਮੁਲਕ ਦੀ ਇਸ ਵੇਲੇ ਫੋਰਨ ਪਾਲਿਸੀ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਗਈ। ਅਸੀਂ ਆਪਣੇ ਹਰ ਗੋਲ ਨੂੰ ਆਪਣਾ ਦੁਸ਼ਮਣ ਬਣਾ ਲਿਆ। ਪਾਕਿਸਤਾਨ ਨੂੰ ਤਾਂ ਪਹਿਲਾਂ ਹੀ ਆਪਾਂ ਦੁਸ਼ਮਣ ਗਰਦਾਨ ਰਹੇ ਸੀ। ਹੁਣ ਚੀਨ, ਨੇਪਾਲ ਨਾਲ ਪੰਗਾ ਲਿਆ, ਵਿੱਚ ਹੀ ਬੰਗਲਾਦੇਸ਼ ਨਾਲ, ਗੁਆਂਢੀਆਂ ਨਾਲ ਏਦਾਂ ਦਾ ਨਹੀਂ ਕਰਨਾ ਚਾਹੀਦਾ। ਜੇ ਉਹਨਾਂ ਨੇ ਹਿੰਮਤ ਕਰਕੇ ਕਰਤਾਰਪੁਰ ਕੋਰੀਡੋਰ ਖੋਲਿਆ ਸੀ ਨਾ, ਤੇ ਪੰਜਾਬ ਦੇ ਔਰ ਹਿੰਦੁਸਤਾਨ ਦੇ ਹਿੱਤ ਵਿੱਚ ਇਹ ਗੱਲ ਸੀ ਤੇ ਮੋਦੀ ਸਾਹਿਬ ਉਦੋਂ ਐਲਾਨ ਕਰਦੇ ਵੀ ਜਿਸ ਦਿਨ ਤੁਸੀਂ ਕਰਤਾਰਪੁਰ ਦਾ ਲਾਂਘਾ ਖੋਲੋਗੇ, ਅਸੀਂ ਡੇਰਾ ਬਾਬਾ ਨਾਨਕ ਪਾਕਿਸਤਾਨ ਦੇ ਸਿੱਖਾਂ ਲਈ ਖੋਲ ਦਿਆਂਗੇ। ਕਿਆ ਬਾਤ, ਕਿਆ ਬਾਤ। ਹਾਂਜੀ ਹਾਂਜੀ। ਅਸੀਂ ਅੱਜ ਵੇਖ ਸ਼ਰੀਫ ਕੰਫੀਡੈਂਸ ਬਿਲਡਿੰਗ ਮੈਜਰਸ ਹੋ ਜਾਣਾ ਸੀ, CBM ਮਤਲਬ ਵਧੀਆ ਹੋਣਾ ਸੀ। ਹਾਂ, ਜਦੋਂ ਤੁਸੀਂ ਗੁਆਂਢੀ ਨਾਲ ਏਦਾਂ ਥੋੜੀ ਹੁੰਦੀ ਆ ਵੀ ਤੁਸੀਂ ਜੇ ਉਹਨੂੰ ਦੁਸ਼ਮਣ ਵੀ ਕਹੀ ਜਾਓ ਤੇ ਉਹਦੇ ਕੋਲੋਂ ਆਸ ਵੀ ਰੱਖੋ। ਹਾਂਜੀ 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 ਹਾਂਜੀ। ਇਹ ਮਾਹੌਲ ਸਿਰਜਣਾ ਹੁੰਦਾ ਲੀਡਰਸ ਨੇ। ਵੈਸੇ ਅਦਰ ਕੋਈ ਐਡੀ ਬਹੁਤ ਸਮੱਸਿਆ ਨਹੀਂ, ਉਹ ਬੜੇ ਪਿਆਰ ਨਾਲ ਮਿਲਦੇ ਆ। ਬਹੁਤ ਜਿਹੜੇ ਜਥੇ ਵੀ ਜਾਂਦੇ, ਤੁਸੀਂ ਉਹਨਾਂ ਨੂੰ ਪੁੱਛੋ, ਉਹ ਤੇ ਵਿਚਾਰੇ ਨੱਠ ਕੇ ਜੱਫੀਆਂ ਪਾ ਮਿਲਦੇ। ਜੀ 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 ਜੀ। ਆਵਾਮ ਟੂ ਆਵਾਮ ਕੰਟੈਕਟ ਬਹੁਤ ਵਧੀਆ। ਬਾਕੀ ਸਰਕਾਰ, ਅੱਛਾ
ਇੱਕ ਇੰਸੀਡੈਂਟਲੀ ਗੱਲ ਕੀਤੀ ਹੈਗੀ ਜਦੋਂ ਦੇ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਬਣੇ ਹੈਗੇ ਆ। ਚਲੋ ਮੋਦੀ ਸਾਹਿਬ ਨੇ ਬੜਾ ਫੋਰਨ ਵਿੱਚ ਇੱਧਰ ਉੱਧਰ ਲਾਏ ਹੈਗੇ, ਇਹਨਾਂ ਨੇ ਆਪਣੇ ਵੱਲੋਂ ਇੰਡੀਆ ਦਾ ਜਿਹੜਾ ਸਟੇਟਸ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਜਿੰਨਾ ਕੁ ਬੂਸਟ ਕਰ ਸਕਦੇ ਸੀ ਜਾਂ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਹੈਗੀ ਆ। ਮੈਨੂੰ ਜਿੰਨਾ ਕੁ ਯਾਦ ਆ ਜਦੋਂ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣੇ ਸੀ, ਮੇਰੇ ਖਿਆਲ ਪਹਿਲਾ ਵਿਜ਼ਿਟ ਇਹਨਾਂ ਦਾ ਨੇਪਾਲ ਦਾ ਸੀ। ਉਸ ਵੇਲੇ ਨੇਪਾਲ ਬੜਾ ਵੱਡਾ ਫੰਕਸ਼ਨ ਨੇਪਾਲ ਸਰਕਾਰ ਨੇ ਕੀਤਾ ਸੀ। ਉੱਥੇ ਇਹਨਾਂ ਨੇ ਡਿਵੈਲਪਮੈਂਟ ਦੇ ਪ੍ਰੋਜੈਕਟਸ ਵੀ ਰੰਭੇ ਸੀ ਤੇ ਉਹਨਾਂ ਨੂੰ ਕਾਫੀ ਜ਼ਿਆਦਾ, ਹੁਣ ਮੈਨੂੰ ਯਾਦ ਨਹੀਂ, ਕੁਝ ਗ੍ਰਾਂਟ ਵੀ ਦਿੱਤੀ ਸੀ। ਪਰ ਹੁਣ ਤੁਸੀਂ ਦੇਖੋ 5 ਸਾਲ ਵਿੱਚ ਸ਼ਾਇਦ ਸਾਡੀ ਫੋਰਨ ਪਾਲਿਸੀ ਵਿੱਚ ਕਮੀ ਆ ਗਈ ਆ। ਇਹ ਨੇਪਾਲ ਵੀ ਸਾਡੇ ਮਤਲਬ ਫਰੈਂਡਲੀ ਨੇਸ਼ਨ ਵਿੱਚੋਂ ਨਿਕਲ ਗਿਆ, ਬੰਗਲਾਦੇਸ਼ ਦਾ ਵੀ ਇਹੋ ਹਾਲ ਆ, ਪਾਕਿਸਤਾਨ ਤਾਂ ਪਹਿਲਾਂ ਹੀ ਉਹਦੇ ਵਿੱਚ ਫਰੈਂਡਲੀ ਵਿੱਚ ਆਉਂਦਾ ਨਹੀਂ। ਮਤਲਬ ਇਹ ਕੰਟਰੀ ਸਰਵਾਈਵ ਕਿਵੇਂ ਕਰੇਗਾ? ਹੁਣ ਚਾਈਨਾ ਦਾ ਲੇਟੈਸਟ ਲਦਾਖ ਦਾ ਚੱਕਰ ਪੈ ਗਿਆ, ਗਲਵਾਨ ਘਾਟੀ ਦੇ ਉਹਨੇ ਕਬਜ਼ਾ ਕਰ ਲਿਆ, ਕਹਿੰਦਾ ਮੈਂ ਨਹੀਂ ਛੱਡਦਾ। ਦਰਅਸਲ ਨਾ ਗੱਲ ਭਾਰਤ ਸਾਹਿਬ ਮੈਨੂੰ ਕਈ ਵਾਰੀ ਇਦਾਂ ਲੱਗਦੀ ਹੈ ਵੀ ਜਿਹੜੇ ਨਾ ਸਰਕਾਰ ਦੇ ਵਿੱਚ 2-3 ਵੱਡੇ ਲੋਕ ਹੈ ਉਹ ਡੋਮੀਨੈਂਸ ਆਪਣੀ ਬਣਾ ਕੇ ਰੱਖਣੀ ਚਾਹੁੰਦੇ। ਤੁਸੀਂ ਕਈ ਵਾਰੀ ਦੇਖੋ ਆ ਹੁਣ ਚਾਈਨਾ ਦੇ ਨਾਲ ਗੜਬੜ ਚੱਲ ਰਹੀ ਹੈ। ਹਾਂਜੀ, ਡਿਫੈਂਸ ਮਿਨਿਸਟਰ ਦਾ ਬਿਆਨ ਘੱਟ ਆਉਂਦਾ, ਪ੍ਰਧਾਨ ਮੰਤਰੀ ਦਾ ਤੇ ਹੋਮ ਮਿਨਿਸਟਰ ਦਾ ਜ਼ਿਆਦਾ ਆਉਂਦਾ। ਹੋਮ ਮਿਨਿਸਟਰ ਮੀਟਿੰਗਾਂ ਕਰ ਰਿਹਾ, ਕੰਮ ਜਿਹੜਾ ਮਿਨਿਸਟਰ ਦਾ ਤੇ ਫੋਰਨ ਪਾਲਿਸੀ ਜਿਹੜੀ ਆ ਫੋਰਨ ਮਿਨਿਸਟਰ ਦਾ ਮੇਰੇ ਖਿਆਲ ਹਿੰਦੁਸਤਾਨੀਆਂ ਨੂੰ ਨਾਮ ਵੀ ਨਹੀਂ ਪਤਾ ਹੋਣਾ ਕੌਣ ਹੈ। ਉਹ ਮੋਦੀ ਜੀ ਫੋਰਨ ਮਿਨਿਸਟਰ ਦਾ ਕੰਮ ਵੀ ਕਰ ਰਹੇ ਆ। ਵੈਸੇ ਤਾਂ ਇਹਨਾਂ ਨੇ ਰਿਟਾਇਰਡ ਡਿਪਲੋਮੈਟ ਲਾਏ ਐਸਜੀਆਈ ਸੈਂਟਰ, ਉਹ ਵੀ ਹੈ ਤਾਂ ਸਿਆਣੇ ਬੰਦੇ ਇਹਨਾਂ ਨੇ ਮੋਦੀ ਸਾਹਿਬ ਨੇ ਲਾਏ ਆ ਜਿਹੜੇ। ਦੇਖੋ ਜਦੋਂ ਇਕਨੋਮਿਕਸ ਦੀ ਗੱਲ ਆਉਂਦੀ ਆ, ਡਿੱਗ ਰਹੀ ਇਕਨੋਮੀ ਦੀ ਗੱਲ ਆਉਂਦੀ ਆ, ਉਹ ਸਟੇਟਮੈਂਟ ਜਿਹੜੀ ਆ ਉਹ ਹੋਮ ਮਿਨਿਸਟਰ ਦੇ ਰਿਹਾ, ਫਾਈਨਾਂਸ ਮਿਨਿਸਟਰ ਨਹੀਂ ਦੇ ਰਿਹਾ। ਮਤਲਬ ਜਦੋਂ ਤੁਸੀਂ ਬੰਦੇ ਦਾ ਕੰਮ, ਜਿਹਦਾ ਕੰਮ ਹੈ ਉਹਨੂੰ ਕਰਨ ਨਹੀਂ ਦੇਣਾ, ਦੂਜੇ ਤੋਂ ਕਰਾਉਣਾ, ਤੇ ਉਹ ਵੀ ਇੰਨੇ ਗੱਲ 'ਚ ਸਮਝੌਤਾ ਵੀ ਚੱਲ ਮੈਨੂੰ ਕੁਰਸੀ ਤਾਂ ਵੱਡੀ ਮਿਲੀ ਹੋਈ ਹੈ ਨਾ, ਫਿਰ ਕੰਮ ਗੜਬੜ ਹੋ ਜਾਂਦਾ। ਇਸ ਤਰ੍ਹਾਂ ਪਿਛਲੀ ਵਾਰੀ ਜਦੋਂ ਮੋਦੀ ਸਾਹਿਬ ਸੀ, ਉਹ ਸੁਸ਼ਮਾ ਸਵਰਾਜ ਸੀ, ਉਹ ਵੀ ਇਹੋ ਹੀ ਮੀਡੀਆ ਵਿੱਚ ਆਉਂਦਾ ਸੀ ਵੀ ਉਹ ਤਾਂ ਸਾਰੇ ਵਿਜ਼ਿਟ ਮੋਦੀ ਸਾਹਿਬ ਕਰ ਲੈਂਦੇ, ਸੁਸ਼ਮਾ ਸਵਰਾਜ ਨੂੰ ਤਾਂ ਬਹੁਤਾ ਜ਼ਿਆਦਾ ਬਾਅਦ ਬਿਮਾਰ ਹੋ ਕੇ ਵਿਚਾਰੀ ਲੜਾਈ ਕਰ ਗਈ। ਹਾਂਜੀ ਹਾਂਜੀ ਹਾਂਜੀ। ਨੇ ਪਰ ਇੱਕ ਜਿਵੇਂ ਨੇਪਾਲ ਦਾ ਬੜੀ ਹੈਰਾਨੀ ਦੀ ਗੱਲ, ਕਿਵੇਂ ਉਹਨਾਂ ਨੇ ਆਪਣੇ ਪਾਰਲੀਮੈਂਟ ਵਿੱਚ ਉਹਨਾਂ ਨੇ ਅਸੈਂਬਲੀ ਵਿੱਚ ਪੇਸ਼ ਕੀਤਾ ਤੇ ਆਹ ਸਾਡੇ ਨਕਸ਼ੇ ਹੈਗੇ ਆ, ਉਹਦਾ ਬੜਾ ਓਬਵੀਅਸ ਲੱਗਦਾ ਇਹ ਚਾਈਨਾ ਦੇ ਇਸ਼ਾਰੇ ਤੇ ਕੀਤਾ। ਫਿਰ ਇਸ ਤਰ੍ਹਾਂ ਬੰਗਲਾਦੇਸ਼ ਨੂੰ 97% ਜਿਹੜੀਆਂ ਉਹਨਾਂ ਦੀ ਚੀਜ਼ਾਂ ਚਾਈਨਾ ਨੇ ਡਿਊਟੀ ਫ੍ਰੀ ਕਰ ਦਿੱਤੀਆਂ ਹੈਗੀਆਂ ਉਧਰ। ਮਤਲਬ ਟ੍ਰੇਡ ਦਾ ਟਿਲਟ ਉਧਰ ਹੋ ਜਾਏਗਾ ਹੈਗਾ, ਖਾਸ ਤੌਰ ਤੇ ਕਾਟਨ ਬੈਲਟ ਕਿੰਨੀ ਤਕੜੀ ਆ ਇਹਦੀ ਬੰਗਲਾਦੇਸ਼ ਦੀ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ ਮੈਂ ਇਹ ਗੱਲ ਸਮਝਦਾ ਵੀ ਜੇ ਫੋਰਨ ਪਾਲਿਸੀ ਜਿਹਨਾਂ ਮੁਲਕਾਂ ਦੀ ਚੰਗੀ ਆ ਨਾ, ਇਹੀ ਮੁਲਕ ਸੀ, ਇਹ ਸਾਡੇ ਮਿੱਤਰ ਮੁਲਕ ਸੀਗੇ। ਪਾਕਿਸਤਾਨ ਨੂੰ ਛੱਡ ਦਿਓ, ਇਹ ਨੇਪਾਲ ਵੀ ਸਾਡਾ ਮਿੱਤਰ ਮੁਲਕ ਸੀ। ਬੰਗਲਾਦੇਸ਼ ਤਾਂ ਬਣਾਇਆ ਹੀ ਹਿੰਦੁਸਤਾਨ ਨੇ ਸੀ, ਉਹਦਾ ਉਹ ਕਰਜ਼ ਨਹੀਂ ਸੀ ਉਤਾਰ ਸਕਦੇ, ਸਾਰੀ ਉਮਰ ਨਹੀਂ ਸੀ ਉਤਾਰ ਸਕਦੇ। ਜਿਹੜਾ ਨੇਪਾਲ ਜਿਹਦੀ ਸਭਿਅਤਾ ਵੀ ਹਿੰਦੁਸਤਾਨੀਆਂ ਵਰਗੀ, ਔਰ ਸਾਡੇ ਨਾਲ ਤਾਂ ਉਹਨਾਂ ਦੀ ਸਾਂਝ ਇਹ ਹੈ ਵੀ ਖਾਲਸਾ ਰਾਜ ਦੀ ਮਹਾਰਾਣੀ ਨੂੰ ਉਹਨਾਂ ਨੇ ਸ਼ਰਨ ਦਿੱਤੀ ਆਪਣੇ। ਉੱਥੇ ਮਤਲਬ ਉਹ ਨੇਪਾਲ ਅੱਜ ਹਿੰਦੁਸਤਾਨ ਨੂੰ ਅੱਖਾਂ ਦਿਖਾ ਰਿਹਾ। ਇਹ ਇਸੇ ਕਰਕੇ ਜਾਂ ਤਾਂ ਲੈਕ ਆਫ ਕਮਿਊਨੀਕੇਸ਼ਨ, ਗੱਲਬਾਤ ਕੀਤੀ ਨਹੀਂ, ਮਸਲੇ ਖੜੇ ਹੋਏ, ਉਹਨੂੰ ਇਗਨੋਰ ਕੀਤਾ ਗਿਆ, ਹੋਰ ਇਗਨੋਰ ਕਰਦੇ ਹੋ, ਹੋਰ ਇਗਨੋਰ ਕਰਦੇ ਹੋ, ਫਿਰ ਰਿਟੈਲੀਏਟ ਹੋ ਜਾਂਦਾ ਕੰਮ। ਗੱਲਾਂ ਹੋ ਸਕਦੀਆਂ। ਫੋਰਨ ਪਾਲਿਸੀ ਤਾਂ ਇਹੀ ਹੁੰਦੀ ਨਾ ਵੀ ਸਾਡੇ ਆਂਢ ਗੁਆਂਢ ਸ਼ਾਂਤੀ ਹੈ, ਜੇ ਕੋਈ ਮਾੜੀ ਮੋਟੀ ਕੰਸੋਲ ਲੱਗਦੀ ਹੈ ਤਾਂ ਬੈਠ ਕੇ ਗੱਲ ਕਰਨੀ ਚਾਹੀਦੀ। ਹਾਂਜੀ ਹਾਂਜੀ ਹਾਂਜੀ। ਇੱਕ ਲਾਸਟ ਗੱਲ ਦੱਸੋ, ਜਿਵੇਂ ਚਾਈਨਾ 1949 ਵਿੱਚ ਪ੍ਰੈਕਟੀਕਲੀ ਸਾਡੇ ਤੋਂ 2 ਸਾਲ ਬਾਅਦ ਆਜ਼ਾਦ ਹੋਇਆ ਹੈਗਾ, ਉਹਨੇ ਇੰਨੀ ਮਤਲਬ ਉਹ ਤਾਂ ਅਮਰੀਕਾ ਵਰਗੇ ਕੰਟਰੀ ਨੂੰ ਵੀ ਅੱਖਾਂ ਦਿਖਾ ਰਿਹਾ ਹੈਗਾ ਮਤਲਬ ਡਿਫੈਂਸ ਵਿੱਚ ਵੀ, ਤੇ ਇਵਨ ਇਕਨੋਮਿਕ ਜਾਇੰਟ ਬਣ ਹੀ ਗਿਆ ਹੈਗਾ। ਤੇ ਸਾਡੀ ਤਾਂ ਇੱਥੇ ਸਾਡੇ ਸਿਸਟਮ ਵਿੱਚ ਕਰਪਸ਼ਨ ਜਾਂ ਉਹ ਹੋਰ ਰੈਡ ਟੇਪਿਜ਼ਮ ਬਹੁਤ ਜ਼ਿਆਦਾ ਰਹੀ। ਅਸੀਂ ਕਿਉਂ ਨਹੀਂ ਤਰੱਕੀ ਕਰ ਸਕੇ ਉਹਦੇ ਮੁਕਾਬਲੇ, ਮਤਲਬ ਚਾਈਨਾ ਦੇ ਮੁਕਾਬਲੇ, ਜਦ ਅਸੀਂ ਐਡਜਾਇਨਿੰਗ ਹੈ, ਸਾਡੇ ਬੰਦੇ ਵੀ ਹਿੰਮਤੀ ਹੈ ਸਾਰੇ। ਦੇਖੋ ਮੈਂ ਇੱਕ ਚੀਜ਼ ਸਮਝੀ ਹੈ ਇਸ ਸਾਰੇ ਵਰਤਾਰੇ ਤੋਂ, ਅੱਜ ਵੀ ਜਿਹੜਾ ਹਿੰਦੁਸਤਾਨ ਦੇ ਵਿੱਚ ਇੰਪੋਰਟ ਹੋ ਰਿਹਾ ਉਹਦਾ 60% ਚਾਈਨਾ ਤੋਂ ਆ ਰਿਹਾ। ਹਾਂਜੀ ਹਾਂਜੀ। ਬੇਸ਼ੱਕ ਉਹਨਾਂ ਦੇ ਕੋਲ ਸਾਧਨ ਘੱਟ ਸੀ, ਆਬਾਦੀ ਸਾਡੇ ਨਾਲੋਂ ਵੀ ਵੱਧ ਸੀ। ਹਾਂਜੀ।
ਪਰ ਜਿਹੜੇ ਮੁਲਕ ਤਰੱਕੀ ਕਰ ਚੁੱਕੇ ਸੀ, ਜਿਨ੍ਹਾਂ ਦੇ ਕੋਲ ਤਰੱਕੀ ਦੇ ਲਈ ਹੋਰ ਕੋਈ ਸਾਧਨ ਨਹੀਂ ਸੀ ਬਚੇ, ਉਹ ਬਿਲਕੁਲ ਪੀਕ ਤੇ ਪਹੁੰਚ ਚੁੱਕੇ ਸੀ। ਉਹਨਾਂ ਲੋਕਾਂ ਨੇ ਉਹਨਾਂ ਦੇ ਕੋਲ ਇੱਕ ਫੀਲਰ ਸਿੱਟਿਆ ਬਈ ਸਾਡੇ ਕੋਲ ਦੁਨੀਆ ਦੇ ਵਿੱਚ ਸਭ ਤੋਂ ਸਸਤੀ ਲੇਬਰ ਆ, ਅਸੀਂ ਸਭ ਤੋਂ ਸਸਤੀ ਲੇਬਰ ਪ੍ਰੋਵਾਈਡ ਕਰਾਂਗੇ, ਸਾਡੇ ਕੋਲ ਪੈਸਾ ਕੋਈ ਨਹੀਂ, ਤੁਸੀਂ ਇੰਡਸਟਰੀ ਲਾਓ, ਲੇਬਰ ਅਸੀਂ ਤੁਹਾਨੂੰ ਸਸਤੀ ਤੋਂ ਸਸਤੀ ਦੇ ਸਕਦੇ। ਉਹ ਸਾਰੇ ਯੂਰਪੀਅਨ ਕੰਟਰੀ ਦੂਜੇ ਫਟਾਫਟ ਇੱਧਰ ਆ ਗਏ, ਚਾਈਨਾ ਵਿੱਚ ਆ ਗਏ। ਵੱਡੀਆਂ ਵੱਡੀਆਂ ਕਾਰਾਂ ਦੀਆਂ ਕੰਪਨੀਆਂ ਜਾਪਾਨ ਤੋਂ ਚਾਈਨਾ ਪਹੁੰਚ ਗਈਆਂ, ਆਸਟ੍ਰੇਲੀਆ ਤੋਂ ਪਹੁੰਚ ਗਈਆਂ, ਇੰਗਲੈਂਡ ਤੋਂ ਪਹੁੰਚ ਗਈਆਂ, ਈਵਨ ਅਮਰੀਕਾ ਤੋਂ ਵੀ ਪਹੁੰਚ ਗਈਆਂ। ਉਹ ਜਿਹੜੀਆਂ ਉੱਥੇ ਪੁੱਜ ਗਈਆਂ, ਉਹਨਾਂ ਨੇ ਉਹਨਾਂ ਨੂੰ ਸਸਤੀ ਲੇਬਰ ਦਿੱਤੀ, ਬੰਦਿਆਂ ਨੂੰ ਕੰਮ ਮਿਲ ਗਿਆ, ਬੰਦੇ ਰੋਟੀ ਖਾਣ ਲੱਗ ਪਏ ਜਿਹੜੇ ਉਹਨਾਂ ਦੇ ਸੀਗੇ, ਤੇ ਨਾਲ ਦੀ ਨਾਲ ਤਕਨੀਕ ਸਿੱਖਣ ਲੱਗ ਪਏ, ਤੇ ਉਹਨਾਂ ਨੇ ਸਿੱਖਦਿਆਂ ਹੀ ਇਸ ਲੈਵਲ ਤੇ ਪਹੁੰਚ ਗਏ। ਉਹਨਾਂ ਇਸ ਵੇਲੇ ਜੋ ਉਹਨਾਂ ਦੀ ਕਹਿੰਦੇ ਤਾਂ ਹੈਗੇ ਆ ਵੀ ਚਾਈਨਾ ਦੇ ਪ੍ਰੋਡਕਟ ਬੰਦ ਕਰ ਦਿਓ, ਮੇਰਾ ਖਿਆਲ ਜੇ 10 ਦਿਨ ਬੰਦ ਕਰ ਦਿਓ ਤੇ ਹਾਹਾਕਾਰ ਮਚ ਜਾਣੀ। ਬਿਲਕੁਲ ਠੀਕ। ਨਹੀਂ, ਲੇਬਰ ਤਾਂ ਇੰਡੀਆ ਚ ਵੀ ਬੜੀ ਸਸਤੀ ਆ। ਇੰਡੀਆ ਕਿਉਂ ਪਿੱਛੇ ਰਹਿ ਗਿਆ ਹੈ ਇੱਥੇ? ਇੰਡੀਆ ਕਿਉਂ ਨਹੀਂ ਇੰਟਰਨੈਸ਼ਨਲ ਕਮਿਊਨਿਟੀ ਵਿੱਚ ਆਪਣਾ ਇਸ ਹਿਸਾਬ ਨਾਲ ਨਾ ਪੇਸ਼ ਕਰ ਰਿਹਾ? ਸਾਡੇ ਪਾਪੂਲੇਸ਼ਨ ਸਾਡੀ ਬੜੀ ਆ, ਲੈਂਡ ਏਰੀਆ ਵੀ ਬੜਾ ਸਾਡੇ ਕੋਲ। ਦੇਖੋ, ਕੁਝ ਚੀਜ਼ਾਂ ਚੰਗੀਆਂ ਹੋਈਆਂ ਪਿਛਲੇ ਸਮੇਂ ਜਦੋਂ ਵਾਜਪਾਈ ਸਾਹਿਬ ਸੀਗੇ ਨਾ, ਉਹਨਾਂ ਨੇ ਵੀ ਇਹ ਪਾਲਿਸੀ ਅਡਾਪਟ ਕੀਤੀ। ਉਹਨਾਂ ਨੇ ਕਿਹਾ ਵੀ ਇੰਡਸਟਰੀ ਲਾਓ, ਸਾਡੇ ਕਾਰਾਂ ਦੀਆਂ ਇੰਡਸਟਰੀ ਆਈਆਂ, ਮਾਰੂਤੀ ਵਗੈਰਾ ਉਸ ਵੇਲੇ ਆਈਆਂ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਮੈਨੂਫੈਕਚਰਿੰਗ ਇੱਥੇ ਹੋਏਗੀ, ਤੁਸੀਂ ਕੋਲੈਬੋਰੇਟ ਕਰ ਸਕਦੇ, ਟੈਕਨੋਲੋਜੀ ਲਿਆਓ, ਬਾਕੀ ਚੀਜ਼ਾਂ ਨਹੀਂ ਇੰਪੋਰਟ ਹੋਣਗੀਆਂ। ਹੁਣ ਤਾਂ ਚੀਜ਼ਾਂ ਵੀ ਇੰਪੋਰਟ ਹੋਣ ਲੱਗ ਪਈਆਂ। ਸਾਡੇ ਦੋਸਤ ਹੈ ਇੱਕ ਗੁਰਾਏ, ਬੈਰਿੰਗ ਬਣਾਉਂਦੇ ਗੁਰਾਇਆ, ਮੈਂ ਉਹਨਾਂ ਕੋਲ ਬੈਠਾ, ਮੈਨੂੰ ਕਹਿੰਦੇ ਚਾਹ ਪੀ ਕੇ ਜਾਣੀ, ਮੈਂ ਚਲੋ ਰੁਕ ਗਿਆ। ਉਹ ਮੈਨੂੰ ਬੈਰਿੰਗ ਦਿਖਾ ਲਿਆ, ਕਹਿੰਦਾ ਜੀ ਕੀ ਹਾਲ ਹੈ ਕੰਮ ਕਾਰ ਦਾ? ਇੱਕ ਬੈਰਿੰਗ ਦਿਖਾ ਲਿਆ, ਕਹਿੰਦੇ ਜੀ ਆਹ ਬੈਰਿੰਗ 2 ਪਏ ਆ, ਇਹਦੇ ਚੋਂ ਤੁਸੀਂ ਦੱਸੋ ਵੀ ਕਿਹੜਾ ਵਧੀਆ ਬੈਰਿੰਗ ਹੈ। ਮੈਂ ਸ਼ਕਲ ਸੂਰਤ ਦੇਖ ਕੇ, ਮਾੜੀ ਮੋਟੀ ਉਹਦੀ ਦੇਖ ਕੇ, ਮੈਂ ਕਿਹਾ ਵੀ ਆਹ ਵਧੀਆ। ਉਹ ਕਹਿੰਦੇ ਇਹ ਚਾਈਨਾ ਦਾ ਬੈਰਿੰਗ ਹੈ, ਆਹ ਜਿਹੜਾ ਸਾਡਾ ਬਣਿਆ ਹੋਇਆ ਇਹ ਸਾਨੂੰ 280 ਰੁਪਏ ਕੋਸਟ ਕਰਦਾ, ਜੇ ਅਸੀਂ ਕੋਸਟ ਟੂ ਕੋਸਟ ਵੀ ਇਹਨੂੰ ਲੈਂਦੇ ਹਾਂ, ਤੇ ਅਸੀਂ ਇਹਨੂੰ 280 ਰੁਪਏ ਦਾ ਵੇਚਦੇ ਹਾਂ। ਤੇ ਮੈਂ ਕਿਹਾ ਚਾਈਨਾ ਵਾਲਾ ਕਹਿੰਦੇ 75 ਰੁਪਏ ਦਾ ਮਿਲਦਾ। ਕਹਿੰਦੇ ਪਤਾ ਸਾਨੂੰ ਵੀ ਹੈ ਵੀ ਸਾਡੇ ਨਾਲੋਂ ਵਧੀਆ। ਜਦੋਂ ਤੁਸੀਂ ਮਾਰਕੀਟ, ਇੰਟਰਨੈਸ਼ਨਲ ਮਾਰਕੀਟ ਜਾਣਾ ਹੁੰਦਾ ਨਾ, ਫਿਰ ਤੁਹਾਡੇ ਕੋਲ ਕੁਆਲਿਟੀ ਵੀ ਵਧੀਆ ਹੋਣੀ ਚਾਹੀਦੀ ਹੈ, ਤੇ ਤੁਹਾਡਾ ਰੇਟ ਵੀ ਵਾਜਬ ਹੋਣਾ ਚਾਹੀਦਾ। ਸਾਡੀ ਤਾਂ ਕਣਕ ਕਈ ਵਾਰੀ ਮੁੜਿਆ ਜੀ ਉੱਥੋਂ, ਪਰ ਸਾਡੇ ਲੋਕਾਂ ਨੇ ਕੀਤੀ ਵੀ ਕਿਉਂ ਮੁੜ ਕੇ ਆਈ ਹੈ। ਸਾਡੇ ਚੌਲ ਕਿੰਨੀ ਵਾਰੀ ਮੁੜੇ, ਇੱਥੇ ਗਲ ਗਏ ਪਏ, ਸੜ ਗਏ, ਅਸੀਂ ਦੂਜਿਆਂ ਨੂੰ ਦੇ ਨਹੀਂ ਸਕੇ। ਨਾ ਅੰਨ ਸਾਡੇ ਕੋਲ ਆ, ਜੇ ਅਸੀਂ ਉਹਨੂੰ ਫੂਡ ਪ੍ਰੋਸੈਸਿੰਗ ਕਰਕੇ ਪ੍ਰੋਪਰਲੀ, ਦੁਨੀਆ ਦੇ ਵਿੱਚ ਚਾਈਨਾ ਕੀ ਵੇਚ ਰਿਹਾ ਜੀ? ਕਦੇ ਉਹ ਕੁਰਕਰੇ ਵੇਚ ਰਿਹਾ ਤੇ ਕਦੇ ਆ ਚਿਪਸ ਵੇਚ ਰਿਹਾ, ਸਾਡੇ ਨਹੀਂ ਬਣ ਸਕਦੇ ਇੱਥੇ। ਤੇ ਇੱਛਾ ਸ਼ਕਤੀ ਕਮਜ਼ੋਰ ਸੀ। ਇੱਕ ਸਾਡੇ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਕੁਝ ਕਾਰਪੋਰੇਟ ਘਰਾਣਿਆਂ ਨੇ ਸਿਆਸੀ ਬੰਦਿਆਂ ਦਾ ਅਪਹਰਨ ਕਰ ਲਿਆ, ਇੰਡਾਇਰੈਕਟਲੀ ਸਰਕਾਰ ਨੂੰ ਚਲਾ ਰਹੇ, ਫਿਰ ਉਹ ਹਜ਼ਾਰਾਂ ਰੁਪਈਆ ਲੈ ਕੇ ਬੈਂਕਾਂ ਦਾ ਭੱਜ ਜਾਂਦੇ ਆ, ਤੇ ਸਾਡੀ ਸਰਕਾਰ ਵੀ ਉਹਨਾਂ ਨੂੰ ਉੱਥੇ ਤਾਂ ਡਿਕਟੇਟਰਸ਼ਿਪ ਜਿਹੜਾ ਏਦਾਂ ਦਾ ਕਰਦਾ, ਉਹ ਸਿੱਧਾ ਹੀ ਉਹਨੂੰ ਮਾਰ ਹੀ ਦਿੰਦੇ ਹੈਗੇ ਆ, ਪਤਾ ਨਹੀਂ ਲੱਗਣ ਦਿੰਦੇ ਹੈਗੇ। ਚਾਈਨਾ ਵਿੱਚ ਤਾਂ ਜਿਹੜਾ ਕੋਈ ਵੀ ਲਾਅ ਐਂਡ ਆਰਡਰ ਨੂੰ ਬ੍ਰੇਕ ਕਰਦਾ ਹੈਗਾ। ਜੀ ਮੈਂ ਸੁਣਿਆ ਨਹੀਂ। ਮੈਂ ਕਿਹਾ ਚਾਈਨਾ ਵਿੱਚ ਇਸ ਮਾਮਲੇ 'ਚ ਬੜੀ ਸਖਤੀ ਆ। ਜਿਹੜਾ ਲਾਅ ਅਬਾਈਡਿੰਗ ਸਿਟੀਜ਼ਨ ਨਹੀਂ, ਲਾਅ ਐਂਡ ਆਰਡਰ ਨੂੰ ਬ੍ਰੇਕ ਕਰ ਦਿੰਦਾ, ਸਿੱਧਾ ਉਹਨੂੰ ਫਿਨਿਸ਼ ਹੀ ਕਰ ਦਿੰਦੇ ਹੈਗੇ ਆ, ਕੋਈ ਪਤਾ ਨਹੀਂ ਲੱਗਦਾ। ਜਿਹੜਾ ਤਿਆਮਿਨ ਚੌਂਕ ਵਾਲਾ ਜਦੋਂ ਬਹੁਤ ਵੱਡਾ ਸੰਘਰਸ਼ ਸੀਗਾ, ਉਹਨਾਂ ਨੇ ਕਿਵੇਂ ਸਖਤੀ ਨਾਲ ਦਬਾਇਆ। ਉਹਨਾਂ ਨੇ ਦਬਾ ਕੇ ਉਹਨੂੰ ਸਾਰੇ ਨੂੰ ਲੀਹ ਤੇ ਲਿਆਂਦਾ, ਲੋਕਾਂ ਨੂੰ ਕੰਮ ਦਿੱਤਾ, ਰੁਜ਼ਗਾਰ ਦਿੱਤਾ, ਲੋਕ ਸਾਰੇ ਕਰ ਰਹੇ। ਅੱਛਾ, ਸਾਡੇ ਹਾਲਾਤ ਐਸੇ ਵੀ ਜਿਹੜੇ ਉਹ ਮੈਂ ਬੇਨਤੀ ਕਰ ਰਿਹਾ ਸੀ, ਪੋਲੀਟੀਕਲ ਸਿਸਟਮ ਕਰਪਟ ਹੋ ਗਿਆ। ਕਰਪਟ ਕਿਵੇਂ ਹੋਇਆ? ਅੱਗੇ ਜਿਹੜੇ ਬਿਜ਼ਨਸ ਪਰਸਨ ਸੀਗੇ ਨਾ, ਵੱਡੀ ਇੰਡਸਟਰੀਲਿਸਟ ਸੀਗੇ, ਉਹ ਪੋਲੀਟੀਕਲ ਬੰਦਿਆਂ ਨੂੰ ਫੰਡਿੰਗ ਕਰਦੇ ਸੀ ਵੀ ਅਸੀਂ ਨਹੀਂ ਇੱਧਰ ਕਰ ਸਕਦੇ, ਤੁਸੀਂ ਚੰਗੀ ਸਰਕਾਰ ਦਿਓ। ਅੱਛਾ, ਫਿਰ ਉਹਨਾਂ ਨੇ ਬਾਅਦ ਕਿਹਾ ਵੀ ਅਸੀਂ ਪੈਸੇ ਵੀ ਅਸੀਂ ਦਿੰਦੇ ਹਾਂ, ਗੁਲਾਮੀ ਵੀ ਇਹਨਾਂ ਦੀ ਕਰਦੇ ਹਾਂ, ਬਾਹਰ ਸਾਨੂੰ ਬਹਿਣਾ ਪੈਂਦਾ ਜਾ ਕੇ, ਵਜੇ ਵਕਤ ਨਹੀਂ ਹੋਇਆ ਜੀ ਸਾਹਿਬ ਦਾ। ਉਹਨਾਂ ਨੇ ਹੌਲੀ ਹੌਲੀ ਉਹ ਸਿੱਧੇ ਡਾਇਰੈਕਟ ਹੀ ਆ ਗਏ ਪੋਲਿਟਿਕਸ ਦੇ ਵਿੱਚ। ਡਾਇਰੈਕਟ ਆਉਣ ਦੇ ਨਾਲ ਇਸ ਨੂੰ ਡੀਪੋਲਿਟੀਸਾਈਜ਼ ਕਰ ਦਿੱਤਾ ਉਹਨਾਂ ਨੇ। ਉਹਨਾਂ ਦੇ ਕਹਿਣ ਕਰਨ ਦੇ ਉੱਤੇ ਕੋਈ ਐਂਟੀ ਡਿਫੈਕਸ਼ਨ ਲਾਅ ਆ ਗਿਆ ਜੀ। ਉਹਦਾ ਨਤੀਜਾ ਕੀ ਨਿਕਲਿਆ ਵੀ ਇੱਕ ਫਿਲਮ ਐਕਟਰ ਬੰਬੇ ਤੋਂ ਲਿਆਓ, ਉਹਨੂੰ ਜਿਹੜਾ 50 ਸਾਲ ਦਾ ਕੋਈ ਪੋਲੀਟੀਕਲ ਪਰਿਵਾਰ ਹੈ ਉਹਦੇ ਬਰਾਬਰ ਖੜਾ ਕਰ ਦਿਓ, ਪੈਸੇ ਉਹ ਖਰਚੇ, ਤੇ ਉਹਦੀ ਸੈਲੀਬ੍ਰਿਟੀ ਤੁਸੀਂ ਕੈਸ਼ ਕਰੋ, ਇੱਕ ਸੀਟ ਆਪਣੀ ਜਿਤਾਓ, ਮੁੜ ਕੇ ਫਿਰ ਬੰਬੇ ਭੇਜ ਦਿਓ, ਤੇ ਲੋਕ ਲੱਭਦੇ ਫਿਰਨ ਵੀ ਸਾਡਾ ਐਮਪੀ ਕਿੱਥੇ ਗਿਆ। ਇਹ ਚੱਲਣ ਉਸ ਤੋਂ ਬਾਅਦ ਕਦੀ ਧਰਮਿੰਦਰ ਐਮਪੀ ਬਣ ਗਿਆ ਜੀ, ਕਦੀ ਉਹਦਾ ਮੁੰਡਾ ਬਣ ਗਿਆ ਜੀ, ਕਦੀ ਵਿਨੋਦ ਖੰਨਾ ਬਣ ਗਿਆ ਜੀ, ਕਦੀ ਹੇਮਾ ਮਾਲਿਨੀ ਬਣ ਗਈ ਜੀ, ਕਦੀ ਜੈ ਅਪਰਾਧਾ ਬਣ ਗਈ, ਜਿਨ੍ਹਾਂ ਦਾ ਪੋਲੀਟੀਕਲ ਫੀਲਡ ਦੇ ਵਿੱਚ ਇੱਕ ਦਿਨ ਦਾ ਵੀ ਕੰਮ ਨਹੀਂ ਸੀ। ਜਦੋਂ ਸਿਸਟਮ ਦੇ ਵਿੱਚ ਕੀ ਲੱਭ ਸਕਦੇ ਆ?
ਚਲੋ ਮੁੜ ਕੇ ਆਪਣੀਆਂ ਇੱਕ ਸਮੱਸਿਆਵਾਂ ਲਾਸਟ ਸਵਾਲ ਆ ਆਪਣੇ ਭੌਰ ਸਾਹਿਬ, ਇਹ ਹੁਣ 2 ਸਾਲ ਰਹਿ ਗਏ ਇਲੈਕਸ਼ਨ ਵਿੱਚ ਪੰਜਾਬ ਦੀ, ਜੇ ਪੰਜਾਬ ਤੇ ਕਰੀਏ, ਜਿੰਨੇ ਸ਼੍ਰੋਮਣੀ ਅਕਾਲੀ ਦਲ ਵੇਲੇ ਸਰਕਾਰ ਦੇ ਮਸਲੇ ਸੀ ਉਹ ਵੀ ਮਸਲੇ ਉੱਥੇ ਕੇ ਖੜੇ ਹੈਗੇ ਆ, ਨਸ਼ਾ, ਬੇਅਦਬੀ, ਮਾਈਨਿੰਗ, ਜੀ ਬਹੁਤ ਸਾਰਾ ਹੈਗਾ। ਇਹ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵੀ ਉੱਥੇ ਕੇ ਸਾਰੇ ਖੜੇ ਹੈਗੇ ਆ। ਤੀਸਰੀ ਆ ਜਿਹੜੀ ਕੇਜਰੀਵਾਲ ਸਾਹਿਬ ਦੀ ਜਦੋਂ ਸੈਕੰਡ ਟਰਮ ਆਈ, ਆਪ ਦੀ ਦਿੱਲੀ ਦੇ ਸੀਐਮ ਬਣੇ ਹੈਗੇ। ਹੁਣ ਪੰਜਾਬ ਦੇ ਲੋਕੀ ਬਹੁਤ ਸਾਰੇ ਜੋ ਮਤਲਬ ਬਾਹਰ ਮੈਂ ਵਿੱਚ ਜਾਣਾ ਰਹਿਣਾ, ਲੋਕੀ ਚਾਹੁੰਦੇ ਆ ਵੀ ਵਿੱਚ ਵੀ ਪੰਜਾਬ ਆਪ ਦੀ ਸਰਕਾਰ ਬਣੇ ਪੰਜਾਬ ਵਿੱਚ। ਤੁਹਾਨੂੰ ਕੀ ਲੱਗਦਾ ਕਿਹੜੀ ਸਰਕਾਰ ਬਣਨੀ ਚਾਹੀਦੀ ਹੈਗੀ? ਸਿੱਧੂ ਦਾ ਕੀ ਰੋਲ ਹੋਗਾ? ਆਖਰੀ ਸਵਾਲ ਹੈ। ਦੇਖੋ, ਲੋਕ ਬਦਲ ਜ਼ਰੂਰ ਚਾਹੁੰਦੇ ਆ। ਬਦਲ ਦਾ ਹੀ ਕਾਰਨ ਸੀ ਕਿ ਕੇਜਰੀਵਾਲ ਦੀ ਸਰਕਾਰ ਦੇ ਜਿਹੜੇ ਕੇਜਰੀਵਾਲ ਦੀ ਟਿਕਟ ਤੇ 20 MLA ਬਣੇ ਸੀ ਨਾ, ਉਹਨਾਂ ਚੋਂ ਬਹੁਤੇ ਏਦਾਂ ਦੇ ਆ ਜਿਨ੍ਹਾਂ ਨੇ ਕਦੀ ਪੰਚ ਦੀ ਚੋਣ ਵੀ ਨਹੀਂ ਲੜੀ ਸੀ। ਲੋਕ ਸਿਸਟਮ ਤੋਂ ਅੱਕੇ ਹੋਏ ਸੀ, ਸਿਸਟਮ ਤੋਂ ਅੱਕਿਆਂ ਨੇ ਨਵੀਂ ਆਸ ਦੇ ਨਾਲ ਨਵੇਂ ਬੰਦੇ ਜਿਤਾ ਦਿੱਤੇ। ਗੱਲ ਅੱਜ ਵੀ ਉੱਥੇ ਹੀ ਖੜੀ ਹੈ। ਅੱਜ ਵੀ ਲੋਕ ਅੱਕੇ ਬੈਠੇ ਆ। ਜਿਹੜੇ ਸਮੱਸਿਆਵਾਂ ਦਾ ਤੁਸੀਂ ਜ਼ਿਕਰ ਕੀਤਾ ਨਾ, ਬਰਗਾੜੀ ਦੀ ਕੀਤਾ, ਪੰਥਕ ਮਸਲੇ ਜਿਹੜੇ ਆ ਜਾਂ ਰਾਜਨੀਤਿਕ ਮਸਲੇ ਆ, ਇਕਨੋਮਿਕ ਮਸਲੇ ਆ, ਅਜੇ ਤੇ ਪੰਜਾਬ ਦਾ ਪਾਣੀ ਖੋਹਣ ਦੇ ਕੰਢੇ ਤੇ ਖੜਾ, ਧਰਤੀ ਬੇਆਬਾਦ ਹੋ ਰਹੀ ਆ, ਬੱਚੇ ਬਾਹਰ ਨੂੰ ਭੱਜ ਰਹੇ ਆ, ਰੁਜ਼ਗਾਰ ਮਿਲ ਨਹੀਂ ਰਿਹਾ, ਨਸ਼ਿਆਂ ਨੇ ਪਹਿਲਾਂ ਧਰਤੀ ਖਾ ਲਈ। ਇਹ ਮਸਲੇ ਉਦਾਂ ਦੇ ਉਦਾਂ ਹੀ ਖੜੇ ਆ ਤੇ ਜੇ ਵਿਲ ਪਾਵਰ ਨਾ ਹੋ ਸਕੀ ਤੇ ਫਿਰ ਜ਼ਰੂਰ ਕੋਈ ਤੀਜੀ ਧਿਰ ਸਾਹਮਣੇ ਆਏਗੀ। ਤੇ ਮੈਨੂੰ ਇਹ ਲੱਗਦਾ ਵੀ 2022 ਦੀ ਇਲੈਕਸ਼ਨ ਬਹੁਤ ਇੰਟਰਸਟਿੰਗ ਹੋਏਗੀ। ਇਹਦੇ 'ਚ ਨਵੇਂ ਚਿਹਰੇ ਆਉਣਗੇ, ਪੁਰਾਣੇ ਚਿਹਰੇ ਨਕਾਰੇ ਜਾਣਗੇ, ਨਵੇਂ ਚਿਹਰੇ ਪੋਟੈਂਸ਼ੀਅਲ ਵਾਲੇ ਅੱਗੇ ਆ ਕੇ ਸੇਵਾ ਕਰਨਗੇ। ਚਲੋ ਆਪਾਂ ਆਸ ਕਰਦੇ ਹਾਂ ਪੰਜਾਬ ਤਰੱਕੀ ਕਰੇ, ਪੰਜਾਬ ਦੀ ਇੰਡਸਟਰੀ ਤਰੱਕੀ ਕਰੇ, ਇੰਡੀਆ ਦੀ ਇੰਡਸਟਰੀ ਤਰੱਕੀ ਕਰੇ, ਜਿੰਨਾ ਤਰੱਕੀ ਹੋ ਸਕਦੀ ਜ਼ਰੂਰ ਕਰੇ। ਬਾਕੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਸੋਹਣੀ ਤੁਸੀਂ ਗੱਲਾਂ ਕੀਤੀਆਂ। ਅਗਾਂਹ ਵੀ ਅਸੀਂ ਤੁਹਾਨੂੰ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਥੈਂਕ ਯੂ ਭਾਈ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।